आज़ादी की गल तां चलदी है जदों कोई चीज़ गुलाम होवे। इस दा मतलब कि प्रैस गुलाम है। तुसीं पत्रकार दे तौर ते इस गल नूं अपने जीवन विच किन्ना कुछ नेड़ियों ते किन्ना कुछ हंडाया है कि सचमुच असीं उत्थे आज़ादी नाल गल नहीं कर सकदे। इक्को प्लेटफार्म ते इक्को शख्सियत विच इन्ने गुणां दा होना अपने आप विच एक बहुत वड्डी बात है। पर फिर भी मैं पुछना चाहांगा कि तुसीं पहलां पत्रकार हो जां तुसीं पहलां अदाकार हो जां ਸਾਹਿਤਕਾਰ हो? लिखण दा मैनूं शौक आ। मैं कदे की मतलब जो मैनूं लगदा मैं लिखदा ਰਿਹਾ वां। कहानियां अखबारां विच मेरी छपदियां रहियां वां ते फिल्मां दे विच मैं भी कहानियां लिखियां, डायलॉग लिखे। ਜਦੋਂ ਮੈਂ ਚੌਥੀ ਪੰਜਵੀਂ ਵਿੱਚ ਪੜ੍ਹਦਾ ਸੀਗਾ, ਜਦੋਂ ਤੋਂ ਮੇਰੇ ਮਨ ਵਿੱਚ ਆਇਆ ਹੁੰਦਾ ਮੈਨੂੰ ਫਿਲਮ ਲੈਣ ਨਾਲ ਮੈਨੂੰ ਆਇਆ ਹੁੰਦਾ ਸੀ ਮੈਂ ਫਿਲਮਾਂ ਦੇ ਵਿੱਚ ਕੰਮ ਕਰਨਾ ਐਜ਼ ਐਕਟਰ ਜਾਂ ਕਿਵੇਂ ਵੀ। ਤੇ ਪਰ ਉਦੋਂ ਪਤਾ ਤਾਂ ਹੁੰਦਾ ਨਹੀਂ ਸੀ ਕੁਛ, ਤੇ ਘਰ ਦੇ ਹਾਲਾਤ ਵੀ ਥੋੜ੍ਹੇ ਧਾਰਮਿਕ ਸੀਗੇ। ਟੀਵੀ ਵਗੈਰਾ ਤਾਂ ਘਰੇ ਹੁੰਦਾ ਨਹੀਂ ਸੀਗਾ, ਕਿਸੇ ਦੇ ਘਰੇ ਹੁੰਦਾ ਸੀ ਲੋਕਾਂ ਦੇ ਘਰੇ ਜਾ ਕੇ ਟੀਵੀ ਦੇਖਣਾ। ਤੇ ਕਈ ਵਾਰੀ ਉਹ ਟੀਵੀ ਦੇਖਣ ਨਹੀਂ ਦਿੰਦੇ, ਅਗਲੇ ਦਰਵਾਜ਼ਾ ਬੰਦ ਕਰ ਦਿੰਦੇ। ਕੀ ਜਸਵਿੰਦਰ ਸਿੰਘ ਛਿੰਦੇ ਵਿੱਚ ਕੋਈ ਇਸ ਤੋਂ ਇਲਾਵਾ ਹੋਰ ਵੀ ਜਿਹੇ ਗੁਣ ਨੇ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ? ਡਾਇਰੈਕਟਰ ਬਣਨ ਤੋਂ ਪਹਿਲਾਂ ਤੁਸੀਂ ਕਲਾਕਾਰ ਬਣ ਚੁੱਕੇ ਸੀ ਤੇ ਬਕਾਇਦਾ ਆਪਣੀ ਟੀਮ ਵੀ ਤਿਆਰ ਕਰ ਲਈ। ਵੀ ਇਹ ਪੱਤਰਕਾਰ ਵੀ ਮੈਂ ਦੇਖਦਾ ਵੀ ਕਿਸੇ ਵੀ ਦਫ਼ਤਰ ਵਿੱਚ ਚਲੇ ਜਾਂਦੇ ਆ, ਹਰ ਕੋਈ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਵਾ। ਮੈਨੂੰ ਐਂ ਲੱਗਿਆ ਵੀ ਪੱਤਰਕਾਰੀ ਨੂੰ ਮੈਨੂੰ ਅਪਣਾਉਣਾ ਚਾਹੀਦਾ, ਵੀ ਮੈਂ ਇਹ ਪੌੜੀ ਮੇਰੀ ਹੋਊਗੀ, ਇਹਦੇ ਰਾਹੀਂ ਮੈਂ ਅੱਗੇ ਥੋੜ੍ਹਾ ਵੱਧ ਸਕਦਾ। ਅਤੇ ਵਾਕਈ ਮੈਨੂੰ ਇਹਦਾ ਬਹੁਤ ਲਾਭ ਸ਼ੁਰੂਆਤ ਕੀਤੀ ਸੀ ਦੇਸ਼ ਸੇਵਕ ਚੰਡੀਗੜ੍ਹ ਜੀ। ਫਿਰ ਮੈਂ ਅੱਜ ਦੀ ਬਾਤ ਵੀ ਰਿਹਾ, ਨਾਲ ਦੀ ਨਾਲ ਪੰਜਾਬੀ ਟ੍ਰਿਬਿਊਨ 'ਚ ਵੀ ਰਿਹਾ। ਫਿਰ ਉਸ ਤੋਂ ਬਾਅਦ 'ਚ ਮੈਂ ਅਜੀਤ ਨਾਲ ਜੁੜ ਗਿਆ ਅਤੇ ਹੁਣ ਮੈਂ ਅਜੀਤ ਦੇ ਨਾਲ ਪੱਕੇ ਤੌਰ 'ਤੇ। ਵੀ ਹਰ ਇੱਕ ਇਨਸਾਨ ਕਲਾਕਾਰ ਹੈ, ਹਰ ਇੱਕ ਬੰਦਾ ਐਕਟਿੰਗ ਕਰਦਾ। ਦਾ ਮਾਸਟਰ ਮਾਈਂਡ ਜਿੰਦਾ ਸੁੱਖਾ, ਉਹਦੇ ਡਾਇਲੋਗ ਵੀ ਮੇਰੇ ਲੱਗੇ ਸੀਗੇ। ਉਹਦੇ ਵਿੱਚ ਤੁਸੀਂ ਅਦਾਕਾਰੀ ਵੀ ਕੀਤੀ? ਉਹਦੇ 'ਚ ਮੈਂ ਸੁੱਖੇ ਦੇ ਫਾਦਰ ਦਾ ਰੋਲ ਵੀ ਕੀਤਾ ਸੀ। ਭਜਨ ਮਾਨ ਦੀ ਸਾਡੇ CM ਸਾਹਿਬ, ਰਣਜੀਤ ਬਾਵੇ ਦੀ ਖਿੱਦੋ ਖੂੰਡੀ, ਦਲਜੀਤ ਦੋਸਾਂਝ ਜੀ ਦੀ ਸਰਦਾਰ ਜਿਹੜੀ ਪਹਿਲਾਂ ਆਈ ਸੀ ਜੀ, ਅਤੇ ਅਕਸ਼ੇ ਕੁਮਾਰ ਦੀ ਹਿੰਦੀ ਫਿਲਮ ਸਿੰਘ ਇਜ਼ ਬਿਲਿੰਗ, ਉਹਦੇ ਵਿੱਚ ਵੀ ਛੋਟਾ ਜਿਹਾ ਰੋਲ ਸੀਗਾ ਮੇਰਾ। ਅਤੇ ਤਕਰੀਬਨ ਤੁਹਾਡੀਆਂ ਫਿਲਮਾਂ ਜ਼ਿਆਦਾਤਰ ਧਾਰਮਿਕ ਨੇ ਜਾਂ ਦੂਸਰੀਆਂ ਨੇ। ਜੋ ਵੀ ਤੁਸੀਂ ਕਰੈਕਟਰ ਕੀਤੇ ਨੇ, ਰੋਲ ਨਿਭਾਏ ਨੇ, ਉਹ ਕਿੱਦਾਂ ਦੇ ਨੇ? ਸਮਾਜ ਨੂੰ ਕੋਈ ਸੇਧ ਦੇਣ ਵਾਲੇ ਨੇ? ਕੀ ਜਦੋਂ ਛਿੰਦਾ ਕੋਈ ਰੋਲ ਕਰਦਾ ਤਾਂ ਕੀ ਗੱਲ ਧਿਆਨ ਵਿੱਚ ਰੱਖਦੇ? 1992 ਦੀ ਰੀਅਲ ਸਟੋਰੀ ਆ ਜੀ। ਉਦੋਂ ਮੈਂ 29 ਦਿਨ ਹਵਾਲਾਤ ਵਿੱਚ ਰਿਹਾ ਸੀ ਜੀ, ਅਤੇ ਉਸੇ ਨੂੰ ਹੀ ਮੈਂ ਇਹ ਨਾਵਲ ਦਾ ਰੂਪ ਦਿੱਤਾ ਵਾ। ਮੈਂ ਉੱਥੇ ਜੋ ਹੰਢਾਇਆ, ਜੋ ਦੇਖਿਆ, ਜੋ ਸੁਣਿਆ, ਜੋ ਮਹਿਸੂਸ ਕੀਤਾ, ਉਹਨੂੰ ਸਾਰਾ ਇਹ ਕਲਮਬੰਦ ਕੀਤਾ। ਤਾਂ ਇੱਕ ਉੱਥੇ ਕਰੈਕਟਰ ਹੈਗਾ ਚੰਦ ਸਿੰਘ, ਉਹਦਾ ਨਾਂ, ਅਤੇ ਉਹਦੇ ਮੁੰਡੇ ਨੂੰ ਪੁਲਿਸ ਭਾਲਦੀ ਸੀ, ਜਿਹਦੇ ਕਰਕੇ ਉਹਨੂੰ ਫੜਿਆ ਹੋਇਆ ਸੀ। ਉਹਨੂੰ ਮਤਲਬ ਰੋਜ਼ ਕੁੱਟ ਪੈਂਦੀ ਸੀਗੀ, ਅਤੇ ਉਹ ਮਤਲਬ ਇਹ ਜੋ ਮਤਲਬ ਉਹਦੇ ਚ ਹਕੀਕਤ ਮੈਂ ਦੇਖੀ ਸੁਣੀ। ਕਈ ਪੁਲਿਸ ਵਾਲਿਆਂ ਦੀਆਂ ਵੀ ਮਜਬੂਰੀਆਂ ਮੈਂ ਉਹਦੇ ਵਿੱਚ ਜ਼ਿਕਰ ਕੀਤਾ। ਹਾਂ, ਸ਼ੋਹਰਤ ਤਾਂ ਜੀ ਬਹੁਤ ਮਿਲੀ ਹੈ ਮੈਨੂੰ। ਤਕਰੀਬਨ ਫਿਲਮ ਲਾਈਨ ਦੇ ਵਿੱਚ ਤਕਰੀਬਨ ਸਾਰੇ ਜਾਣਦੇ ਨੇ ਇਹ ਤਾਂ, ਅਤੇ ਪਰ ਇਕੱਲੀ ਸ਼ੋਹਰਤ ਦੇ ਨਾਲ ਗੱਲ ਨਹੀਂ ਬਣਦੀ। ਫਿਰ ਮੈਂ ਤਾਂ ਇਹ ਕਰਕੇ ਹੁਣ ਥੋੜ੍ਹਾ ਜਿਹਾ ਮੈਂ ਪਿੱਛੇ ਹਟ ਗਿਆ। ਮੈਂ ਕਿਹਾ ਛੱਡੋ, ਜਿਹੜਾ ਕੰਮ ਕਰਦੇ ਹਾਂ ਵੀ ਉੱਧਰ ਹੀ ਧਿਆਨ ਦੇਈਏ। ਜੇ ਕੋਈ ਚੱਜ ਦਾ ਕੰਮ ਹੋਊਗਾ ਫਿਰ ਆਪਾਂ ਕਰ ਲਾਂਗੇ। ਜਾਣੀ ਹਾਲੇ ਤੱਕ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ? ਹਾਂਜੀ ਹਾਂਜੀ, ਬਸ। ਪੰਜਾਬੀ ਵਿਰਾਸਤ USA ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਜਗਦੇਵ ਸਿੰਘ ਜਾਚਕ ਹਾਜ਼ਰ ਹਾਂ ਪ੍ਰੋਗਰਾਮ ਵਿਰਾਸਤੀ ਰੰਗ ਲੈ ਕੇ। ਅਤੇ ਅੱਜ ਦੇ ਇਸ ਵਿਰਾਸਤੀ ਰੰਗ ਵਿੱਚ ਮੈਂ ਤੁਹਾਨੂੰ ਬਹੁਪੱਖੀ ਸ਼ਖਸੀਅਤ ਦੇ ਮਾਲਕ, ਜਿਹੜੇ ਇੱਕ ਉੱਘੇ ਅਤੇ ਸਥਾਪਿਤ ਪੱਤਰਕਾਰ ਵੀ ਨੇ, ਕਮਾਲ ਦੇ ਅਦਾਕਾਰ, ਫਿਲਮੀ ਨਿਰਦੇਸ਼ਕ ਵੀ ਨੇ, ਅਤੇ ਨਾਲੋਂ ਨਾਲ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਉੱਪਰ ਉਹਨਾਂ ਦੀ ਪਕੜ ਹੈ।
ਗੀਤਕਾਰ ਵੀ ਨੇ, ਕਹਾਣੀਕਾਰ ਵੀ ਨੇ ਤੇ ਹੁਣੇ-ਹੁਣੇ ਉਹਨਾਂ ਦਾ ਇੱਕ ਨਾਵਲ ਵੀ ਮਾਰਕੀਟ ਵਿੱਚ ਆਇਆ ਹੈ। ਮੇਰੀ ਮੁਰਾਦ ਹੈ ਸਰਦਾਰ ਜਸਵਿੰਦਰ ਸਿੰਘ ਛਿੰਦਾ ਜੀ। ਵੀਰ ਜੀ, ਤੁਹਾਡਾ ਸਾਡੇ ਚੈਨਲ ਦੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਕੋ ਸਮੇਂ ਬਹੁਤ ਸਾਰੀਆਂ ਸਟੇਜਾਂ ਉੱਪਰ ਕੰਮ ਕਰਨ ਦੀ ਸਮਰੱਥਾ ਰੱਖਦੇ ਹੋ ਤੇ ਇੱਕੋ ਪਲੇਟਫਾਰਮ 'ਤੇ ਇੱਕੋ ਸ਼ਖਸੀਅਤ ਵਿੱਚ ਇੰਨੇ ਗੁਣਾਂ ਦਾ ਹੋਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਬਾਤ ਹੈ। ਪਰ ਫਿਰ ਵੀ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਪਹਿਲਾਂ ਪੱਤਰਕਾਰ ਹੋ ਜਾਂ ਤੁਸੀਂ ਪਹਿਲਾਂ ਅਦਾਕਾਰ ਹੋ ਜਾਂ ਸਾਹਿਤਕਾਰ ਹੋ? ਵੈਸੇ ਤਾਂ ਇਹ ਸਾਰੇ ਇਕੱਠੇ ਵੀ ਹੋ ਸਕਦੇ ਆ, ਕਿਉਂਕਿ ਇੱਕ ਇਹਦਾ ਸਾਰਿਆਂ ਦਾ ਇੱਕ ਦੂਜੇ ਨਾਲ ਅਟੈਚਮੈਂਟ ਹੈਗੀ ਆ। ਪਰ ਮੈਂ ਵੈਸੇ ਪੱਤਰਕਾਰ ਪਹਿਲਾਂ ਜੀ, ਤੇ ਕਿਉਂਕਿ ਮੈਂ ਪੱਤਰਕਾਰੀ ਨੂੰ ਆਪਣਾ ਕਿੱਤਾ ਬਣਾਇਆ ਹੋਇਆ ਜੀ, ਤੇ ਪਰ ਇਹ ਪੱਤਰਕਾਰੀ ਦੇ ਵਿੱਚ ਵੀ ਮੈਂ ਸਾਹਿਤ ਨਾਲ ਜੁੜਿਆ ਹੋਣ ਕਰਕੇ ਆਇਆ ਹਾਂ ਜੀ। ਸੋ ਮੈਂ ਲਿਖਣ ਦਾ ਮੈਨੂੰ ਸ਼ੌਂਕ ਆ। ਮੈਂ ਕਦੇ ਕੀ ਮਤਲਬ ਜੋ ਮੈਨੂੰ ਲੱਗਦਾ ਮੈਂ ਲਿਖਦਾ ਰਿਹਾ ਵਾਂ। ਕਹਾਣੀਆਂ ਅਖਬਾਰਾਂ ਵਿੱਚ ਮੇਰੀ ਛਪਦੀਆਂ ਰਹੀਆਂ ਵਾਂ ਤੇ ਫਿਲਮਾਂ ਦੇ ਵਿੱਚ ਮੈਂ ਵੀ ਕਹਾਣੀਆਂ ਲਿਖੀਆਂ, ਡਾਇਲੋਗ ਲਿਖੇ। ਦ ਮਾਸਟਰਮਾਈਂਡ ਜਿੰਦਾ ਸੁੱਖਾ, ਉਹ ਫਿਲਮ ਦੇ ਮੈਂ ਡਾਇਲੋਗ ਲਿਖੇ ਸੀਗੇ ਜੀ। ਤੇ ਹੌਲੀ ਹੌਲੀ ਮੈਂ ਫਿਰ ਇੱਕ ਹੱਡ ਬੀਤੀ ਸੀਗੀ, ਉਹਦਾ ਮੈਂ ਨਾਵਲ ਹਵਾਲਾਤ ਲਿਖਿਆ ਵਾ ਜੀ। ਸੋ ਇਸ ਕਰਕੇ ਮੈਂ ਅਟੈਚਮੈਂਟ ਸਾਰਿਆਂ ਦੀ ਇਕੱਠੀ ਹੋਈ ਹੈ। ਜੀ ਜੀ। ਪਰ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਜੀਵਨ ਦੇ ਸਫ਼ਰ ਦੀ, ਤੁਹਾਡਾ ਜੀਵਨ ਦਾ ਸਫ਼ਰ ਕਿਹੜੇ ਪਿੰਡ ਤੋਂ ਸ਼ੁਰੂ ਹੋਇਆ? ਮਤਲਬ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਸੰਖੇਪ ਜੀ ਜਾਣਕਾਰੀ ਅਸੀਂ ਦਰਸ਼ਕਾਂ ਨੂੰ ਦੇਣੀ ਚਾਹੁੰਦੇ ਹਾਂ। ਤੁਹਾਡਾ ਪਿੰਡ ਕਿਹੜਾ ਹੈ ਤੇ ਤੁਹਾਡੇ ਮਾਤਾ ਪਿਤਾ ਦਾ ਨਾਮ? ਜੀ, ਮੇਰਾ ਲੁਧਿਆਣੇ ਜ਼ਿਲ੍ਹੇ ਦਾ ਤਹਿਸੀਲ ਜਗਰਾਉਂ ਦਾ ਪਿੰਡ ਦੇਹੜਕਾ ਮੇਰਾ ਪਿੰਡ ਹੈ। ਇੱਥੇ ਮੈਂ ਜਨਮ ਲਿਆ ਵਾ। ਮੇਰੇ ਪਿਤਾ ਦਾ ਨਾਂ ਸਗੜ ਸਿੰਘ ਖਹਿਰਾ ਸੀਗਾ ਤੇ ਮਾਤਾ ਦਾ ਨਾਮ ਮਲਕੀਤ ਕੌਰ। ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਜੀ। ਅਸੀਂ 5 ਭਾਈ ਸੀਗੇ ਤੇ ਇੱਕ ਦੀ ਡੈਥ ਹੋ ਗਈ ਸੀ, 2 ਭੈਣਾਂ। ਅਸੀਂ ਮਤਲਬ ਇਸ ਮੇਰੀ ਫੈਮਿਲੀ ਹੈ ਜੀ। ਜੀ ਵੀਰ ਜਸਵਿੰਦਰ ਸਿੰਘ ਜੀ, ਤੁਸੀਂ ਜਦੋਂ ਵੀ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਕੋਈ ਮਨੁੱਖ ਕਿਸੇ ਵੀ ਫੀਲਡ ਵਿੱਚ, ਕਿਸੇ ਵੀ ਖੇਤਰ ਵਿੱਚ ਤਰੱਕੀ ਕਰਦਾ ਅਤੇ ਉਹਦੇ ਵਿੱਚ ਜਿਹੜੇ ਗੁਣ ਹੁੰਦੇ ਨੇ ਉਹ ਆਮ ਤੌਰ 'ਤੇ ਬਚਪਨ ਵਿੱਚ ਹੀ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਤੁਹਾਡੇ ਵਿੱਚ ਅਦਾਕਾਰੀ ਦਾ ਕਮਾਲ ਦਾ ਗੁਣ ਹੈ, ਤੁਸੀਂ ਲਿਖ ਵੀ ਲੈਂਦੇ ਹੋ। ਤੁਹਾਡੇ ਬਚਪਨ ਵਿੱਚ ਕੁਝ ਇਹੋ ਜਿਹਾ ਵਾਪਰਿਆ ਜਿਹਨੇ ਤੁਹਾਨੂੰ ਇਸ ਖੇਤਰ ਵਿੱਚ ਲੈ ਆਂਦਾ ਅਤੇ ਤੁਸੀਂ ਅਦਾਕਾਰ, ਕਮਾਲ ਦੇ ਕਲਾਕਾਰ ਬਣੇ ਅਤੇ ਫਿਲਮਾਂ ਦੇ ਡਾਇਲੋਗ ਲਿਖਣ ਤੱਕ ਤੁਸੀਂ ਮੰਜ਼ਿਲ ਤੈਅ ਕੀਤੀ? ਹਾਂਜੀ, ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ 4ਵੀਂ 5ਵੀਂ ਵਿੱਚ ਪੜ੍ਹਦਾ ਸੀਗਾ। ਜਦੋਂ ਤੋਂ ਮੇਰੇ ਮਨ ਵਿੱਚ ਆਇਆ ਹੁੰਦਾ ਮੈਨੂੰ ਫਿਲਮ ਲੈਣ ਨਾਲ ਮੈਨੂੰ ਆਇਆ ਹੁੰਦਾ ਸੀ ਮੈਂ ਫਿਲਮਾਂ ਦੇ ਵਿੱਚ ਕੰਮ ਕਰਨਾ ਐਜ਼ ਐਕਟਰ ਜਾਂ ਕਿਵੇਂ ਵੀ। ਅਤੇ ਪਰ ਉਦੋਂ ਪਤਾ ਤਾਂ ਹੁੰਦਾ ਨਹੀਂ ਸੀ ਕੁਛ, ਅਤੇ ਘਰ ਦੇ ਹਾਲਾਤ ਵੀ ਥੋੜ੍ਹੇ ਧਾਰਮਿਕ ਸੀਗੇ। TV ਵਗੈਰਾ ਤਾਂ ਘਰੇ ਹੁੰਦਾ ਨਹੀਂ ਸੀਗਾ। ਕਿਸੇ ਦੇ ਘਰੇ ਹੁੰਦਾ ਸੀ ਲੋਕਾਂ ਦੇ ਘਰੇ ਜਾ ਕੇ TV ਦੇਖਣਾ, ਅਤੇ ਕਈ ਵਾਰੀ ਉਹ TV ਦੇਖਣ ਨਹੀਂ ਸੀ ਦਿੰਦੇ, ਅਗਲੇ ਦਰਵਾਜ਼ਾ ਬੰਦ ਕਰ ਲੈਂਦੇ ਸੀ। ਅਸੀਂ ਫਿਰ ਵੀ ਜਵਾਕਾਂ ਨੇ ਸਾਰਿਆਂ ਨੇ ਇਕੱਠੇ ਮੈਨੂੰ ਮੂਹਰੇ ਲਾ ਦੇਣਾ ਅਤੇ ਅਸੀਂ ਉਹਨਾਂ ਦਾ ਕੰਮ ਵੀ ਕਰਵਾ ਦੇਣਾ ਵੀ ਅਸੀਂ ਤੁਹਾਡੇ ਪੱਠੇ ਕੁਤਰ ਦਿੰਦੇ ਹਾਂ, ਇਹ ਕਰ ਦਿੰਦੇ ਹਾਂ। ਉਦੋਂ ਰਮਾਇਣ ਸੀਰੀਅਲ ਚੱਲਦਾ ਹੁੰਦਾ ਸੀਗਾ ਅਤੇ ਉਹ ਅਸੀਂ ਬਹੁਤ ਦੇਖਦੇ ਹੁੰਦੇ ਸੀਗੇ। ਫਿਰ ਫਿਲਮਾਂ ਬਹੁਤ ਅਸੀਂ ਦੇਖਦੇ ਅਤੇ ਉਹ ਫਿਲਮ ਦੇਖ ਕੇ ਜੇ ਕੋਈ ਰਹਿ ਜਾਂਦਾ ਸੀ ਨਾ, ਫਿਰ ਉਹ ਇਕੱਠੇ ਅਸੀਂ ਧਰਮਸ਼ਾਲਾ 'ਚ ਬੈਠਦੇ ਸੀਗੇ। ਸਾਰੇ ਮੁੰਡੇ ਜਾਣੀ ਮੇਥੋਂ ਸੁਣਦੇ ਹੁੰਦੇ ਸੀ ਸਟੋਰੀ ਵੀ ਕੀ ਹੋਇਆ। ਮੈਂ ਫਿਰ ਉਹ ਕਹਾਣੀ ਉਹਦਾ ਸਾਰਾ ਮਿਊਜ਼ਿਕ ਵੀ ਨਾਲ ਦੇ ਕੇ ਉਹ ਸੁਣਾਉਂਦਾ ਰਿਹਾ। ਇਸ ਤਰ੍ਹਾਂ ਮੇਰਾ ਪਹਿਲਾਂ ਤੋਂ ਹੀ ਰੁਚੀ ਸੀ ਇੱਧਰ ਆਉਣ ਦੀ। ਅਤੇ ਫਿਰ ਕੀ ਸਕੂਲ ਵਿੱਚ ਪੜ੍ਹਦਿਆਂ ਕਦੇ ਤੁਹਾਨੂੰ ਮੌਕਾ ਮਿਲਿਆ, ਜਿਸ ਤਰ੍ਹਾਂ ਸਕੂਲਾਂ ਵਿੱਚ ਵਿੱਦਿਅਕ ਮੁਕਾਬਲੇ ਹੁੰਦੇ ਨੇ ਜਾਂ ਕੋਈ ਛੋਟੇ ਵੱਡੇ ਫੰਕਸ਼ਨ ਹੁੰਦੇ ਨੇ, ਉਹਨਾਂ ਵਿੱਚ ਤੁਹਾਨੂੰ ਕਿਤੇ ਆਪਣੀ ਕਲਾ ਦਿਖਾਉਣ ਦਾ ਕੋਈ ਮੌਕਾ ਮਿਲਿਆ ਹੋਵੇ? ਨਹੀਂ ਜੀ, ਸਕੂਲਾਂ ਦੇ ਵਿੱਚ ਨਹੀਂ ਇਸ ਤਰ੍ਹਾਂ ਦੀ ਕੋਈ ਮਿਲਿਆ, ਕਿਉਂਕਿ ਸਕੂਲਾਂ ਵਿੱਚ ਉਦੋਂ ਖੇਡਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀਗਾ। ਇਸ ਤਰ੍ਹਾਂ ਮੇਰਾ ਮਨ ਬਹੁਤ ਹੁੰਦਾ ਸੀ ਕੋਈ ਵੀ ਨਾਟਕ ਸਕੈਟ ਵਗੈਰਾ ਇੱਥੇ ਕਰਾਉਣ, ਪਰ ਨਹੀਂ। ਫਿਰ ਮਨ ਦੇ ਵਿੱਚ ਆਏ ਸੀ ਵੀ ਚਲੋ ਕਾਲਜ ਲਾਈਫ ਦੇ ਵਿੱਚ ਜਾ ਕੇ ਉੱਥੇ ਕਾਲਜ ਦੇ ਵਿੱਚ ਮਿਲ ਜੂਗਾ ਇਸ ਤਰ੍ਹਾਂ ਦਾ, ਪਰ ਕਾਲਜ ਮੈਂ ਜਾ ਨਹੀਂ ਸਕਿਆ, ਉੱਥੇ ਤੱਕ ਮੈਂ ਜਾ ਨਹੀਂ ਸਕਿਆ। ਕੀ ਕਾਰਨ? ਕਾਲਜ ਤੱਕ ਕਿਉਂ ਨਹੀਂ ਜਾ ਸਕੇ? ਕੋਈ ਮਜਬੂਰੀ ਬਣੀ ਜਾਂ? ਹਾਂ, ਕਿਤੇ ਘਰ ਦੇ ਹਾਲਾਤ ਮਤਲਬ ਠੀਕ ਨਹੀਂ ਸੀਗੇ ਅਤੇ ਮੈਂ ਬਹੁਤ ਦਰਮਿਆਨੇ ਪਰਿਵਾਰ ਦੇ ਵਿੱਚੋਂ ਜਨਮ ਲਿਆ ਅਤੇ ਉਸ ਟਾਈਮ ਦੇ ਵਿੱਚ ਮੈਂ 9ਵੀਂ 'ਚ ਪੜ੍ਹਦਾ ਸੀ। ਮੇਰੀ ਮਾਤਾ ਨੂੰ ਕੈਂਸਰ ਹੋ ਗਿਆ ਸੀਗਾ ਜੀ ਅਤੇ ਉਹਦਾ ਬੰਬੇ ਇਲਾਜ ਹੋਇਆ ਸੀਗਾ ਜੀ। ਅਤੇ ਫਿਰ ਉਹਦਾ ਦੁਬਾਰਾ ਚੈੱਕਅਪ ਕਰਾਉਣ ਵਾਸਤੇ ਮੈਂ ਨਾਲ ਗਿਆ ਸੀ। ਮੈਨੂੰ ਸਕੂਲ ਵਿੱਚੋਂ ਹਟਾ ਲਿਆ ਸੀਗਾ 9ਵੀਂ ਜਮਾਤ 'ਚੋਂ ਜੀ, ਅਤੇ ਮੈਂ ਉਹਨਾਂ ਦੇ ਨਾਲ ਚਲਾ ਗਿਆ ਸੀ। ਫਿਰ ਮੇਰਾ ਖਿਆਲ 2-3 ਸਾਲ ਬਾਅਦ ਮੈਂ ਪ੍ਰਾਈਵੇਟ 10ਵੀਂ ਕੀਤੀ, ਮੈਂ +2 ਦਾ ਪੇਪਰ ਦਿੱਤੇ ਜੀ ਜੀ। ਇਸ ਤੋਂ ਬਾਅਦ ਮਤਲਬ ਤੁਸੀਂ 10ਵੀਂ ਕਰਨ ਤੋਂ ਬਾਅਦ
ਫਿਰ ਕਿਸ ਖੇਤਰ ਵੱਲ ਨੂੰ ਤੁਰੇ, ਪੱਤਰਕਾਰ ਵੱਲ ਬਣਨ ਵੱਲ ਨੂੰ, ਜਾਂ ਕਿੱਦਾਂ ਤੁਸੀਂ ਇਸ ਲਾਈਨ ਵਿੱਚ ਪੱਤਰਕਾਰ ਕਿਸ ਤਰ੍ਹਾਂ ਬਣੇ? ਪਹਿਲਾਂ ਤਾਂ ਘਰ ਦੇ ਜਿਵੇਂ ਹਾਲਾਤ ਸੀਗੇ ਨਾ, ਮਾੜਾ ਮੋਟਾ ਖੇਤੀ ਦਾ ਕੰਮ ਜੋ ਸੀਗਾ ਉਹ ਕਰਦੇ ਸੀ, ਉਹ ਇਸ ਤਰ੍ਹਾਂ ਕਰਦੇ ਸੀਗੇ ਜੀ। ਫਿਰ ਧਾਰਮਿਕ ਪਰਿਵਾਰ ਦੇ ਵਿੱਚ ਜੁੜੇ ਹੋਏ ਕਰਕੇ ਫਿਰ ਗੁਰੂ ਸਾਹਿਬ ਦੇ ਪਾਠ ਵੀ ਕਰਦੇ ਰਹੇ ਹਾਂ ਜੀ। ਤੇ ਫਿਰ 1995 ਦੇ ਵਿੱਚ ਇੱਕ ਮੁਹਿੰਮ ਚੱਲੀ ਸੀ, ਸਾਖਰਤਾ ਮੁਹਿੰਮ ਜੀ। ਉਹਦੇ ਵਿੱਚ ਮੈਂ ਜੁੜ ਗਿਆ ਸੀ ਐਜ ਏ APC ਤੇ ਆਰਟ ਡਾਇਰੈਕਟਰ ਦੇ ਤੌਰ ਤੇ। ਉਹ ਕਲਾ ਜਥੇ ਅਸੀਂ ਤਿਆਰ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਦਿਖਾਉਣ ਵਾਸਤੇ ਜੀ। ਵੀਰ ਜੀ, ਤੁਹਾਡੇ ਇੱਕ ਜਵਾਬ ਦੇ ਵਿੱਚੋਂ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਸਾਖਰਤਾ ਮੁਹਿੰਮ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਤੁਸੀਂ ਆਰਟ ਡਾਇਰੈਕਟਰ ਬਣ ਗਏ, ਪਰ ਇਹ ਆਰਟ ਡਾਇਰੈਕਟਰ ਤੱਕ ਦਾ ਸਫ਼ਰ ਕਿੱਦਾਂ ਤੈਅ ਹੋ ਗਿਆ? ਕੋਈ ਤੁਸੀਂ ਬਕਾਇਦਾ ਟ੍ਰੇਨਿੰਗ ਲਈ ਜਾਂ ਕਿਸੇ ਨੂੰ ਉਸਤਾਦ ਧਾਰਿਆ, ਜਾਂ ਕਿੱਦਾਂ ਤੁਸੀਂ ਇਸ ਖੇਤਰ ਵਿੱਚ? ਗੋਡ ਗਿਫਟ ਸੀਗੀ ਜੀ ਮੈਨੂੰ। ਮੈਂ ਕੋਈ ਵੀ ਚੀਜ਼ ਮੈਂ ਸਿੱਖਿਆ ਨਹੀਂ, ਮੈਂ ਬਸ ਦੇਖ ਕੇ ਜਾਂ ਆਪਣੇ ਮੈਂ ਸੋਚਦਾ ਰਹਿੰਦਾ ਸੀਗਾ ਵੀ ਇਹ ਕਿਵੇਂ ਹੋਊਗਾ ਜੀ। ਉਸ ਹਿਸਾਬ ਨਾਲ ਮੈਂ ਕੰਮ ਕਰਦਾ ਸੀਗਾ। ਤੇ ਮੈਂ ਪਰਮਾਤਮਾ ਵੱਲੋਂ ਮੈਂ ਜਾਣੀ ਕਿ ਬਹੁਤ ਮਹਾਰਤ ਇਸ ਕੰਮ ਦੇ ਵਿੱਚ ਮੈਂ ਰੱਖਦਾ ਸੀਗਾ ਜੀ। ਤੇ ਕਈ ਵਾਰੀ ਮਤਲਬ ਕੋਈ ਜਿਹੜੇ ਮਾਹਰ ਬੰਦੇ ਸੀ ਉਹ ਵੀ ਹੈਰਾਨ ਹੋ ਜਾਂਦੇ ਸੀ ਮੈਂ ਇਹ ਕਿਵੇਂ ਗੱਲ ਕਰਦਾ ਜੀ। ਇਸ ਤੋਂ ਇਲਾਵਾ ਮੈਂ ਕਈ ਵਾਰ ਸ਼ਾਇਦ ਸਾਨੂੰ ਤੁਹਾਡੇ ਬਾਰੇ ਬਹੁਤ ਥੋੜ੍ਹਾ ਪਤਾ ਹੈ, ਅੱਜ ਤੁਹਾਡੇ ਬਾਰੇ ਪੁੱਛਣਾ ਹੈ ਕਿ ਜਸਵਿੰਦਰ ਸਿੰਘ ਛਿੰਦੇ ਵਿੱਚ ਕੋਈ ਇਸ ਤੋਂ ਇਲਾਵਾ ਹੋਰ ਵੀ ਜਿਹੇ ਗੁਣ ਨੇ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ? ਸ਼ੁਰੂਆਤ ਦੇ ਵਿੱਚ ਮੈਂ ਛੋਟਾ ਹੁੰਦਾ ਸੀ ਜਦੋਂ ਮੈਂ ਕਾਫੀ ਆਵਾਜ਼ਾਂ ਕੱਢ ਲੈਂਦਾ ਸੀਗਾ ਜੀ। ਜਾਨਵਰਾਂ ਦੀਆਂ, ਕਲਾਕਾਰਾਂ ਦੀਆਂ, ਮਤਲਬ 80-85 ਆਵਾਜ਼ਾਂ ਕੱਢ ਲੈਂਦਾ ਸੀਗਾ। ਉਸ ਦੌਰਾਨ ਅਸੀਂ ਮਨੋਰੰਜਨ ਕਰਦੇ ਰਹਿੰਦੇ ਸੀਗੇ ਬੈਠ ਕੇ ਮੁੰਡੇ ਇੱਕ ਦੂਜੇ ਜੀ। ਤੇ ਫਿਰ ਹੌਲੀ ਹੌਲੀ ਫਿਰ ਅਸੀਂ ਨਾਟਕ ਖੇਡਣ ਲੱਗ ਗਏ ਜੀ। ਤੇ ਫਿਰ ਮੈਂ ਆਪਣੀ ਟੀਮ ਵੀ ਬਣਾਈ ਸੀ, ਰੂਪ ਕਲਾ ਮੰਚ ਦੇੜ ਕੇ ਜੀ। ਬਹੁਤ ਮਸ਼ਹੂਰ ਹੋਈ ਸੀ ਇਹ ਟੀਮ। ਇਹ ਸਾਖਰਤਾ ਮੁਹਿੰਮ ਵੱਲ ਜਾਣ ਤੋਂ ਪਹਿਲਾਂ ਦੀ ਗੱਲ ਹੈ? ਇਹ ਉਹਦੇ ਨਾਲ ਸੀ ਜੀ। ਹਾਂ, ਉਦੋਂ ਹੀ ਅਸੀਂ ਆਪਣੀ ਟੀਮ ਬਣਾ ਲਈ ਸੀਗੀ। ਜਾਣੀ ਡਾਇਰੈਕਟਰ ਬਣਨ ਤੋਂ ਪਹਿਲਾਂ ਤੁਸੀਂ ਕਲਾਕਾਰ ਬਣ ਚੁੱਕੇ ਸੀ ਤੇ ਬਕਾਇਦਾ ਆਪਣੀ ਟੀਮ ਵੀ ਤਿਆਰ ਕਰ ਲਈ? ਹਾਂਜੀ ਜੀ। ਤੇ ਬਸ ਫਿਰ ਇਹ ਇੱਧਰ ਨੂੰ ਤੁਰਦੇ ਰਹੇ ਆ। ਫਿਰ ਹੌਲੀ ਹੌਲੀ ਮੇਰੇ ਮਨ 'ਚ ਮਤਲਬ ਇੱਕ ਸੀਗਾ ਵੀ ਮੈਂ ਫਿਲਮ ਲਾਈਨ ਦੇ ਵਿੱਚ ਐਜ ਐਕਟਰ ਜਾਂ ਰਾਈਟਰ ਦੇ ਤੌਰ ਤੇ ਜਾਵਾਂ ਜੀ। ਪਰ ਉਹ ਹਾਲਾਤ ਇੱਦਾਂ ਦੇ ਹੈ ਨਹੀਂ ਸੀਗੇ, ਕੋਈ ਮੇਰੀ ਬਾਂਹ ਫੜ ਲੈਂਦਾ। ਫਿਰ ਮੈਨੂੰ ਉਹਨਾਂ ਲੱਗਿਆ ਵੀ ਪੱਤਰਕਾਰੀ ਜਿਹੜੀ ਹੈਗੀ ਆ ਵੀ ਇਹ ਪੱਤਰਕਾਰ ਵੀ ਮੈਂ ਦੇਖਦਾ ਵੀ ਕਿਸੇ ਵੀ ਦਫ਼ਤਰ ਵਿੱਚ ਚਲੇ ਜਾਂਦੇ ਆ, ਹਰ ਕੋਈ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਵਾ। ਮੈਨੂੰ ਐਂ ਲੱਗਿਆ ਵੀ ਪੱਤਰਕਾਰੀ ਨੂੰ ਮੈਨੂੰ ਅਪਣਾਉਣਾ ਚਾਹੀਦਾ, ਵੀ ਮੈਂ ਇਹ ਪੌੜੀ ਮੇਰੀ ਹੋਊਗੀ, ਇਹਦੇ ਰਾਹੀਂ ਮੈਂ ਅੱਗੇ ਥੋੜ੍ਹਾ ਵੱਧ ਸਕਦਾ। ਤੇ ਵਾਕਈ ਮੈਨੂੰ ਇਹਦਾ ਬਹੁਤ ਲਾਭ ਮਿਲਿਆ। ਤੁਸੀਂ ਪੱਤਰਕਾਰ ਬਣ ਕੇ ਅੱਜ ਤੱਕ ਕਿੰਨੇ ਕੁ ਅਖਬਾਰਾਂ ਵਿੱਚ ਕੰਮ ਕਰ ਚੁੱਕੇ ਹੋ? ਮੈਂ ਜੀ ਸ਼ੁਰੂਆਤ ਕੀਤੀ ਸੀ ਦੇਸ਼ ਸੇਵਕ ਚੰਡੀਗੜ੍ਹ ਤੋਂ ਜੀ। ਫਿਰ ਮੈਂ ਅੱਜ ਦੀ ਬਾਤ 'ਚ ਵੀ ਰਿਹਾ, ਨਾਲ ਦੀ ਨਾਲ ਪੰਜਾਬੀ ਟ੍ਰਿਬਿਊਨ 'ਚ ਵੀ ਰਿਹਾ। ਫਿਰ ਉਸ ਤੋਂ ਬਾਅਦ 'ਚ ਮੈਂ ਅਜੀਤ ਨਾਲ ਜੁੜ ਗਿਆ ਤੇ ਹੁਣ ਮੈਂ ਅਜੀਤ ਦੇ ਨਾਲ ਪੱਕੇ ਤੌਰ ਤੇ ਮਤਲਬ ਜੁੜਿਆ ਜੀ। ਰੋਜ਼ਾਨਾ ਅਜੀਤ ਪੰਜਾਬੀ ਦਾ ਬੜਾ ਪ੍ਰਸਿੱਧ ਤੇ ਬੜਾ ਵੱਡੀ ਗਿਣਤੀ ਵਿੱਚ ਪੜ੍ਹਿਆ ਜਾਣ ਵਾਲਾ ਅਖਬਾਰ ਹੈ। ਤੇ ਵੀਰ ਜਸਵਿੰਦਰ ਸਿੰਘ ਜੀ, ਇੱਕ ਪੱਤਰਕਾਰ ਦੇ ਤੌਰ ਤੇ ਤੁਸੀਂ ਕੀ ਮਹਿਸੂਸ ਕੀਤਾ ਜਦੋਂ ਗੱਲ ਚੱਲਦੀ ਹੈ ਕਿ ਪ੍ਰੈਸ ਆਜ਼ਾਦ ਹੋਣੀ ਚਾਹੀਦੀ ਹੈ? ਆਜ਼ਾਦੀ ਦੀ ਗੱਲ ਤਾਂ ਚੱਲਦੀ ਹੈ ਜਦੋਂ ਕੋਈ ਚੀਜ਼ ਗੁਲਾਮ ਹੋਵੇ। ਇਸ ਦਾ ਮਤਲਬ ਕਿ ਪ੍ਰੈਸ ਗੁਲਾਮ ਹੈ। ਤੁਸੀਂ ਪੱਤਰਕਾਰ ਦੇ ਤੌਰ ਤੇ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਕਿੰਨਾ ਕੁ ਨੇੜਿਓਂ ਤੇ ਕਿੰਨਾ ਕੁ ਹੰਢਾਇਆ ਹੈ ਕਿ ਸੱਚਮੁੱਚ ਅਸੀਂ ਉੱਥੇ ਆਜ਼ਾਦੀ ਨਾਲ ਗੱਲ ਨਹੀਂ ਕਰ ਸਕਦੇ? ਕੀ ਤੁਹਾਨੂੰ ਇਹ ਮਹਿਸੂਸ ਹੋਇਆ? ਪਹਿਲਾਂ ਨਾਲੋਂ ਹੁਣ ਬਹੁਤ ਫਰਕ ਪੈ ਗਿਆ ਜੀ। ਪਹਿਲਾਂ ਥੋੜ੍ਹਾ ਜਿਹਾ ਸੀਗਾ ਵੀ ਜੋ ਮਰਜ਼ੀ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ, ਲਿਖ ਸਕਦੇ ਹਾਂ। ਹੁਣ ਥੋੜ੍ਹਾ ਜਿਹਾ ਬੰਦਿਸ਼ਾਂ ਦੇ ਵਿੱਚ ਕੰਮ ਕਰਨਾ ਪੈਂਦਾ। ਹਰੇਕ ਅਖਬਾਰ ਦੀ ਆਪਣੀ ਆਪਣੀ ਪਾਲਿਸੀ ਹੈ ਜੀ। ਪੱਤਰਕਾਰ ਜਸਵਿੰਦਰ ਸਿੰਘ ਛਿੰਦਾ ਤੇ ਅਦਾਕਾਰ ਜਸਵਿੰਦਰ ਸਿੰਘ ਛਿੰਦਾ, ਆਪਾਂ ਜੇ ਦੋਨਾਂ ਨੂੰ ਇੱਕੋ ਥਾਂ 'ਤੇ ਖੜ੍ਹੇ ਹੋ ਕੇ ਵੇਖਣਾ ਹੋਵੇ, ਜਦੋਂ ਤੁਸੀਂ ਆਮ ਤੌਰ 'ਤੇ ਸਮਾਜ ਵਿੱਚ ਵਿਚਰਦੇ ਹੋ ਤਾਂ ਤੁਹਾਡਾ ਚਿਹਰਾ ਬੜਾ ਗੰਭੀਰ ਹੈ। ਕੋਈ ਸ਼ਾਇਦ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਵਿਅਕਤੀ ਕੋਈ ਕਲਾਕਾਰ ਵੀ ਹੋਵੇਗਾ, ਅਦਾਕਾਰ ਵੀ ਹੋਵੇਗਾ। ਪਰ ਜਦੋਂ ਅਸੀਂ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਲਘੂ ਟੈਲੀ ਫਿਲਮਾਂ ਬਣੀਆਂ ਨੇ ਉਹਨਾਂ ਵੱਲ ਝਾਤ ਮਾਰਦੇ ਹਾਂ ਅਤੇ ਕਿਸੇ ਵਿੱਚ ਤੁਹਾਡੇ ਫੌਜੀ ਦੀ ਵਰਦੀ ਪਾਈ ਹੈ, ਕਿਸੇ ਵਿੱਚ ਪੁਲਿਸ ਇੰਸਪੈਕਟਰ ਦਾ ਤੁਸੀਂ ਰੋਲ ਕਰ ਰਹੇ ਹੋ, ਅਤੇ ਉਹ ਜਿਹੜੀ ਕਲਾ ਹੈ ਤੁਸੀਂ ਜਦੋਂ ਕੈਮਰੇ ਦੇ ਅੱਗੇ ਆ ਕੇ ਆਪਣੀ ਜੋ ਕਲਾ ਨੂੰ ਬਾਹਰ ਉਜਾਗਰ ਕਰਦੇ ਹੋ, ਉਹਦੇ ਵਿੱਚ ਵੱਡੀ ਗੱਲ ਕਿ ਤੁਸੀਂ ਨਾਲੋਂ ਨਾਲ ਡਾਇਲੋਗ ਵੀ ਲਿਖ ਲੈਂਦੇ ਹੋ, ਤੁਸੀਂ ਨਿਰਦੇਸ਼ਕ ਵੀ ਹੋ, ਕਹਾਣੀਆਂ ਵੀ ਆਪ ਤਿਆਰ ਕਰਦੇ ਹੋ, ਅਤੇ ਇਹ ਸਾਰਾ ਕੁਝ ਲਿਖਣਾ ਅਤੇ ਅਦਾਕਾਰੀ ਇਹ ਕਿਵੇਂ ਤੁਹਾਡੇ ਅੰਦਰੋਂ ਬਾਹਰ ਸਫੁੱਟਤ ਹੁੰਦੀ ਹੈ? ਵੈਸੇ ਤਾਂ ਮੈਂ ਤੁਹਾਨੂੰ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਜੀ। ਮੈਂ ਇਸ 'ਤੇ ਆਰਟੀਕਲ ਵੀ ਲਿਖਣਾ ਚਾਹੁੰਦਾ। ਮੇਰੇ ਮਨ ਦੇ ਵਿੱਚ ਇਹ ਆਈਡੀਆ ਹੋਇਆ ਜੀ ਵੀ ਹਰ ਇੱਕ ਇਨਸਾਨ ਕਲਾਕਾਰ ਹੈ
ਜੀ ਹਰ ਇੱਕ ਬੰਦਾ ਐਕਟਿੰਗ ਕਰਦਾ, ਚਾਹੇ ਉਹ ਕਿਸੇ ਵੀ ਖੇਤਰ 'ਚ ਹੈ। ਸੋ ਐਕਟਿੰਗ ਹਰੇਕ ਬੰਦੇ ਦੇ ਅੰਦਰ ਹੈ। ਜੀ ਉਹ ਕਿਵੇਂ ਕਿਹੜੇ ਰੂਪ 'ਚ ਉਹਨੂੰ ਕਰਦਾ, ਪੇਸ਼ ਕਰਦਾ, ਉਹ ਗੱਲ ਵੱਖਰੀ ਹੈ। ਅਤੇ ਜਿਹੜਾ ਇਸ ਫੀਲਡ ਨਾਲ ਜੁੜ ਜਾਂਦਾ, ਫਿਲਮ ਲਾਈਨ ਨਾਲ ਜਾਂ ਥੀਏਟਰ ਲਾਈਨ ਨਾਲ, ਤਾਂ ਉਹ ਆਪਣੇ ਆਪ ਨੂੰ ਹੋਰ ਨਿਖਾਰਦਾ, ਕੱਢਦਾ ਜੀ ਕਿਸੇ ਵੀ ਕਰੈਕਟਰ ਦਾ। ਉਹਨੂੰ ਸਾਡੇ ਆਂਢ ਗੁਆਂਢ ਕੋਈ ਆਸੇ ਪਾਸੇ ਹੁੰਦੇ ਆ ਜੀ ਕਰੈਕਟਰ, ਬੰਦਾ ਉਹਨੂੰ ਦੇਖਦਾ ਵੀ ਆਹ ਇੱਦਾਂ ਇੱਦਾਂ, ਉਹ ਮਨ 'ਚ ਰਹਿੰਦੇ ਆ। ਉਸ ਹਿਸਾਬ ਨਾਲ ਫਿਰ ਬੰਦਾ ਕੋਈ ਵੀ ਕਰੈਕਟਰ ਜਦੋਂ ਦੱਸਦਾ ਵੀ ਆਹ ਇਸ ਤਰ੍ਹਾਂ ਦਾ ਕਰੈਕਟਰ ਆ, ਅਤੇ ਫਿਰ ਉਹ ਆਪਣੇ ਆਪ ਨੂੰ ਉਸ ਦੇ ਮੁਤਾਬਕ ਢਾਲ ਲੈਂਦਾ। ਜੀ ਉਹ ਮਤਲਬ ਪਰਦੇ 'ਤੇ ਲੱਗੇ ਵੀ ਹਾਂ ਵੀ ਡੁਪਲੀਕੇਟ ਜੇ ਨਹੀਂ, ਫਿਰ ਉਹਨੂੰ ਅਸਲੀ ਆਪਾਂ ਕਹਿੰਦੇ ਵੀ ਐਕਟਿੰਗ। ਤੇ ਤੁਸੀਂ ਅੱਜ ਤੱਕ ਕਿੰਨੀਆਂ ਕੁ ਫਿਲਮਾਂ ਬਣਾਈਆਂ, ਜਿਹੜੀਆਂ ਲਘੂ ਜਾਂ ਟੈਲੀ ਫਿਲਮਾਂ, ਉਹਨਾਂ ਦੀ ਗਿਣਤੀ ਕਿੰਨੀ ਕੁ ਹੈ? ਮੇਰੀ ਆਪਣੀ, ਮੈਂ ਸਭ ਤੋਂ ਪਹਿਲਾਂ ਫਿਲਮ ਬਣਾਈ ਸੀ ਫੌਜੀ ਦੇਸ਼ ਦੀ ਰਾਖੀ। ਜੀ ਉਹ ਇੱਕ ਪਰਿਵਾਰਕ ਕਹਾਣੀ ਸੀਗੀ। ਜੀ ਉਸ ਤੋਂ ਬਾਅਦ ਮੇਰੇ ਟੈਲੀ ਫਿਲਮਾਂ ਪਿੰਡਾਂ ਦੀ ਖੁੰਡ ਚਰਚਾ, ਡਾਕਟਰ ਸ਼ੰਦਾ ਬਾਈ MBBS ਕਾਮੇਡੀ ਸੀਗੀ ਇਹ, ਜੀ ਅਤੇ ਹਾਸੇ ਦਾ ਤਮਾਸ਼ਾ, ਜੀ ਅਤੇ ਫਿਰ ਸਿੱਧਾ ਚੱਲ ਕਨੇਡਾ ਨੂੰ ਬਾਈ ਸ਼ੇਰੇ ਦੇ ਨਾਲ ਕੀਤੀ ਸੀ, ਤੂੰ ਕੀ ਥਾਣੇਦਾਰ ਲੱਗਿਆ, ਨਾ ਚੱਲ ਕਰ ਬਦਨਾਮ ਕਨੇਡਾ ਨੂੰ। ਇੱਦਾਂ ਹੋਰ ਕਾਫੀ ਫਿਲਮਾਂ ਮਤਲਬ ਛੁੱਟੀਆਂ ਕੀਤੀਆਂ। ਅਤੇ ਫੀਚਰ ਫਿਲਮ ਸਭ ਤੋਂ ਪਹਿਲਾਂ ਕੀਤੀ ਸੀ ਬਾਈ ਸ਼ੇਰੇ ਦੇ ਨਾਲ। ਮੈਂ ਉਹਨਾਂ ਦੇ ਨਾਲ ਅਟੈਚ ਹੋਇਆ ਸੀਗਾ ਦੇਸ਼ ਬਾਬਰ ਮੋਹੇ ਫਿਲਮ 'ਤੇ। ਇਹ ਬਾਈ ਸ਼ੇਰਾ ਜੀ ਕੌਣ ਸਨ? ਇਹ ਸਾਡੇ ਦਰਸ਼ਕ ਹਾਂ, ਸੁਖਜਿੰਦਰ ਸ਼ੇਰਾ ਜੀ ਪੰਜਾਬੀ ਫਿਲਮਾਂ ਦੇ ਜਿਹੜੇ ਨਾਮਵਰ ਅਦਾਕਾਰ, ਜੀ ਹਾਂਜੀ, ਉਹਨਾਂ ਦੇ ਨਾਲ ਮੈਂ ਜੁੜਿਆ। ਅਤੇ ਦੇਸ਼ ਬਾਬਰ ਮੋਹੇ ਦੇ ਵਿੱਚ ਮੈਂ ਐਜ਼ ਏ ਰਾਈਟਰ, ਅਸਿਸਟੈਂਟ ਡਾਇਰੈਕਟਰ ਅਤੇ ਅਦਾਕਾਰ ਦੇ ਤੌਰ 'ਤੇ ਮੈਂ ਪਹਿਲੀ ਵਾਰ ਫੀਚਰ ਫਿਲਮ ਦੇ ਨਾਲ ਜੁੜਿਆ। ਫਿਰ ਉਹਨਾਂ ਦੇ ਨਾਲ ਮੈਂ ਕਾਫੀ ਫਿਲਮਾਂ ਕੀਤੀਆਂ। ਜੱਟ ਇਨ ਮੂਡ, ਦਾ ਮਾਸਟਰਮਾਈਂਡ ਜਿੰਦਾ ਸੁੱਖਾ, ਉਹਦੇ ਡਾਇਲੋਗ ਵੀ ਮੇਰੇ ਲਿਖੇ ਸੀਗੇ। ਉਹਦੇ ਵਿੱਚ ਤੁਸੀਂ ਅਦਾਕਾਰੀ ਵੀ ਕੀਤੀ? ਉਹਦੇ 'ਚ ਮੈਂ ਸੁੱਖੇ ਦੇ ਫਾਦਰ ਦਾ ਰੋਲ ਵੀ ਕੀਤਾ ਸੀਗਾ ਜੀ। ਅਤੇ ਉਹ ਬੈਨ ਹੋ ਗਈ ਸੀਗੀ ਜੀ। YouTube 'ਤੇ ਵੈਸੇ ਹੈਗੀ ਹੈ ਪਿਕਚਰ ਉਹ ਜੀ। ਅਤੇ ਰਾਜ ਕਾਕੜੀ ਦੀ ਫਿਲਮ ਸੀਗੀ ਧਰਮ ਯੁੱਧ ਮੋਰਚਾ, ਉਹਦੇ 'ਚ ਵੀ ਮੈਂ ਪੱਤਰਕਾਰ ਦਾ ਰੋਲ ਕੀਤਾ ਵਾ। ਇਸ ਤੋਂ ਇਲਾਵਾ ਹਰਭਜਨ ਮਾਨ ਦੀ ਸਾਡੇ CM ਸਾਹਿਬ, ਜੀ, ਰਣਜੀਤ ਬਾਵੇ ਦੀ ਖਿੱਦੋ ਖੂੰਡੀ, ਜੀ, ਦਲਜੀਤ ਦੋਸਾਂਝ ਜੀ ਦੀ ਸਰਦਾਰ ਜਿਹੜੀ ਪਹਿਲਾਂ ਆਈ ਸੀ, ਜੀ, ਅਤੇ ਅਕਸ਼ੇ ਕੁਮਾਰ ਦੀ ਹਿੰਦੀ ਫਿਲਮ ਸਿੰਘ ਇਜ਼ ਬਿਲਿੰਗ, ਉਹਦੇ ਵਿੱਚ ਵੀ ਛੋਟਾ ਜਿਹਾ ਰੋਲ ਸੀਗਾ ਮੇਰਾ। ਜੀ। ਅਤੇ ਕਾਫੀ ਹੁਣ ਇੱਕ ਸਿੱਪੀ ਗਿੱਲ ਦੀ ਫਿਲਮ ਆ ਰਹੀ ਹੈ ਧਰਮ ਯੁੱਧ ਮੋਰਚਾ, ਉਹਦੇ ਵਿੱਚ ਮੈਂ ਉਹਨਾਂ ਦਾ ਫਾਦਰ ਦਾ ਕਰੈਕਟਰ ਕੀਤਾ ਜੀ। ਅਤੇ ਇਸ ਤਰ੍ਹਾਂ ਇੱਕ ਦੋ ਹੋਰ ਫਿਲਮਾਂ ਸ਼ਾਇਦ ਹੋਣ। ਜਾਣੀ ਦਰਜਨਾਂ ਤੁਹਾਡੀਆਂ ਟੈਲੀ ਫਿਲਮਾਂ ਨੇ, ਅਤੇ ਉਸ ਤੋਂ ਇਲਾਵਾ ਵੱਡੇ ਪਰਦੇ 'ਤੇ ਵੀ ਤੁਸੀਂ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹੋ। ਅਤੇ ਇਸ ਦੇ ਵਿੱਚ ਇੱਕ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਵੱਡੇ ਪਰਦੇ ਦੀ ਗੱਲ ਕੀਤੀ ਜਾਂਦੀ ਹੈ, ਆਮ ਤੌਰ 'ਤੇ ਅਜੋਕਾ ਦੌਰ ਇਹਦੇ ਵਿੱਚ ਕਾਫੀ ਬਦਲਾਅ ਆਏ ਨੇ, ਪਰ ਆਮ ਤੌਰ 'ਤੇ ਗਿਲਾ ਰਿਹਾ ਸਾਡੇ ਸਮਾਜ ਨੂੰ ਕਿ ਸਾਡੇ ਜਿਹੜਾ ਸਿੱਖਾਂ ਦਾ ਕਰੈਕਟਰ ਹੈ, ਜਿਹੜਾ ਚਰਿੱਤਰ ਹੈ ਸਾਡਾ, ਉਹ ਮਜ਼ਾਕੀਆ ਲਹਿਜੇ ਵਿੱਚ ਪੇਸ਼ ਕੀਤਾ ਜਾਂਦਾ ਸੀ। ਅਤੇ ਤੁਸੀਂ ਜਿਹੜੇ ਕਰੈਕਟਰ ਕੀਤੇ ਨੇ, ਅਤੇ ਤਕਰੀਬਨ ਤੁਹਾਡੀਆਂ ਫਿਲਮਾਂ ਜ਼ਿਆਦਾਤਰ ਧਾਰਮਿਕ ਨੇ ਜਾਂ ਦੂਸਰੀਆਂ ਨੇ, ਜੋ ਵੀ ਤੁਸੀਂ ਕਰੈਕਟਰ ਕੀਤੇ ਨੇ, ਰੋਲ ਨਿਭਾਏ ਨੇ, ਉਹ ਕਿੱਦਾਂ ਦੇ ਨੇ? ਸਮਾਜ ਨੂੰ ਕੋਈ ਸੇਧ ਦੇਣ ਵਾਲੇ ਨੇ? ਕੀ ਜਦੋਂ ਸ਼ਿੰਦਾ ਕੋਈ ਰੋਲ ਕਰਦਾ ਤਾਂ ਕੀ ਗੱਲ ਧਿਆਨ ਵਿੱਚ ਰੱਖਦਾ? ਹਾਂ, ਬਿਲਕੁਲ ਜੀ। ਇਹ ਮੈਂ ਤਕਰੀਬਨ ਕਈ ਐਸੀਆਂ ਫਿਲਮਾਂ ਨੇ ਜਿਹਦੇ ਵਿੱਚ ਮੈਂ ਇਤਿਹਾਸਕ ਕਿਰਦਾਰ ਨਿਭਾਏ ਆ, ਜਿਵੇਂ ਕਿ ਦਾ ਮਾਸਟਰਮਾਈਂਡ ਜਿੰਦਾ ਸੁੱਖਾ ਵਿੱਚ ਸੁੱਖੇ ਦੇ ਫਾਦਰ ਦਾ, ਜੀ, ਉਹ ਵੀ ਇਤਿਹਾਸਕ ਕਰੈਕਟਰ ਹੈ। ਬਿਲਕੁਲ ਜੀ। ਧਰਮ ਯੁੱਧ ਮੋਰਚਾ, ਉਹਦੇ ਵਿੱਚ ਪੱਤਰਕਾਰ ਦਲਵੀਰ ਸਿੰਘ ਦਾ ਕਰੈਕਟਰ ਕੀਤਾ ਮੈਂ ਜੀ। ਇੱਕ ਫਿਲਮ ਸੀਗੀ ਕੀਤੀ, ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਹਦੇ 'ਚ ਇੱਕ ਆਪਣੇ ਤਖਤੂਪੁਰੇ ਦੇ ਕਾਮਰੇਡ ਸੀਗੇ, ਉਹ ਸ਼ਹੀਦ ਹੋ ਗਏ ਸੀਗੇ, ਉਹਨਾਂ ਦਾ ਮੈਂ ਕਰੈਕਟਰ ਕੀਤਾ ਸੀਗਾ ਜੀ। ਅਤੇ ਇੱਕ ਸਾਡੇ ਆਪਣੇ ਪਰਮਜੀਤ ਸਿੰਘ ਜੀ ਫੌਜੀ ਸੀਗੇ ਜੀ, ਉਹ ਪਾਕਿਸਤਾਨ ਅਤੇ ਉੱਥੇ ਬਾਰਡਰ 'ਤੇ ਲੜਾਈ ਦੌਰਾਨ ਉਹਨਾਂ ਦਾ ਪਾਕਿਸਤਾਨੀ ਸਿਰ ਵੱਢ ਕੇ ਲੈ ਗਏ ਸੀਗੇ ਜੀ, ਉਹਨਾਂ 'ਤੇ ਫਿਲਮ ਬਣੀ ਸੀ ਸ਼ਹੀਦ, ਉਹਦਾ ਕਰੈਕਟਰ ਮੈਂ ਕੀਤਾ ਜੀ। ਕਾਫੀ ਫਿਲਮਾਂ ਕੀਤੀਆਂ ਭਈ, ਕੋਈ ਇਸ ਤਰ੍ਹਾਂ ਦਾ ਕਰੈਕਟਰ ਮੈਂ ਨਹੀਂ ਕੀਤਾ। ਬਾਕੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਮਜ਼ਾਹੀਆ ਜਿਹਾ, ਮਤਲਬ ਚੁਟਕਲਾ ਟਾਈਪ, ਇਸ ਤਰ੍ਹਾਂ ਦੇ ਕਰੈਕਟਰ ਹਿੰਦੀ ਫਿਲਮਾਂ ਦੇ ਵਿੱਚ ਇੱਕ ਤਾਂ ਉਹ ਇੰਨੀ ਜਾਣਕਾਰੀ ਨਹੀਂ ਰੱਖਦੇ ਆਪਣੇ ਸੱਭਿਆਚਾਰ ਨਾਲ, ਬਿਲਕੁਲ, ਬਹੁਤ ਸਾਰੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਆ। ਹੁਣੇ ਸਾਡੀ ਸਾਬਤ ਸੂਰਤ ਕਲਾਕਾਰਾਂ ਦੀ, ਸਾਡੀ ਜਿੰਨੇ ਪੰਜਾਬ ਦੇ ਹੈਗੇ, ਅੰਮ੍ਰਿਤਪਾਲ ਬਿੱਲਾ ਭਾਜੀ ਹੋਈ, ਮਹਾਂਵੀਰ ਭੁੱਲਰ ਹੋ ਜੀ, ਨਰਿੰਦਰ ਨੀਨਾ ਹੋਣੇ ਜੀ, ਇਹਨਾਂ ਸਾਰਿਆਂ ਨੇ ਇੱਕ ਉਪਰਾਲਾ ਕੀਤਾ ਵੀ ਆਪਾਂ ਕੋਈ ਸੰਸਥਾ ਬਣਾਈਏ ਜੀ। ਆ ਪਿੱਛੇ ਹੁਣੇ ਫਤਿਹਗੜ੍ਹ ਸਾਹਿਬ ਮੀਟਿੰਗ ਹੋਈ ਸੀ ਜੀ, ਉੱਥੇ ਸੰਸਥਾ ਬਣੀ ਹੈ ਜੀ, ਬਕਾਇਦਾ ਉਹਦੀ ਅਖਬਾਰਾਂ ਵਿੱਚ ਚਰਚਾ ਵੀ ਹੋਈ। ਉਹ ਇਹ ਗੱਲਾਂ ਦਾ ਧਿਆਨ ਰੱਖੂਗੀ
ਜੀ ਵੀ ਕੋਈ ਇਸ ਤਰ੍ਹਾਂ ਦਾ ਨਾ ਹੋਵੇ। ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਕਲਾਕਾਰ ਸਾਡੀ ਕੌਮੀ ਪਹਿਚਾਣ ਨੂੰ ਵੀ ਇੱਕ ਲੋਕਾਂ ਦੇ ਸਾਹਮਣੇ ਅਸਲੀ ਰੂਪ ਵਿੱਚ ਲੈ ਕੇ ਆ ਰਹੇ ਨੇ। ਜਿਸ ਤਰ੍ਹਾਂ ਤੁਸੀਂ ਸ਼ੁਰੂ ਵਿੱਚ ਗੱਲ ਕੀਤੀ ਕਿ ਘਰ ਦਾ ਮਾਹੌਲ ਧਾਰਮਿਕ ਸੀ, ਘਰ ਵਿੱਚ ਟੀਵੀ ਵੀ ਨਹੀਂ ਸੀ, ਤੇ ਤੁਸੀਂ ਟੀਵੀ ਵੇਖਣ ਦੀ ਗੱਲ ਛੱਡੋ, ਤੁਸੀਂ ਤਾਂ ਫਿਲਮਾਂ ਬਣਾਉਣ ਵਾਲੇ ਪਾਸੇ ਤੁਰ ਪਏ। ਕੀ ਕਦੇ ਤੁਹਾਡੇ ਮਾਤਾ ਪਿਤਾ ਜੀ ਨੂੰ, ਬੇਬੇ ਬਾਪੂ ਜੀ ਨੂੰ ਇਸ ਗੱਲ ਦਾ ਕੋਈ ਗਿਲਾ ਤਾਂ ਨਹੀਂ ਹੋਇਆ ਕਿ ਸਾਡਾ ਪੁੱਤ ਕਿਹੜੇ ਪਾਸੇ ਤੁਰ ਪਿਆ? ਨਹੀਂ, ਪਹਿਲਾਂ ਇਹ ਗੱਲਾਂ ਜ਼ਰੂਰ ਸੁਣਦੀਆਂ ਜੀ। ਹਰ ਕੋਈ ਚਾਹੁੰਦਾ ਵੀ ਸਾਡਾ ਬੱਚਾ ਗਲਤ ਪਾਸੇ ਨਾ ਚਲਾ ਜਾਵੇ ਜੀ। ਤੇ ਉਹਨਾਂ ਨੇ ਉਹ ਡਿਊਟੀ ਆਪਦੀ ਨਿਭਾਉਂਦੇ ਆ, ਰੋਕਦੇ ਆ, ਸਾਰਾ ਕੁਝ ਕਰਦੇ ਆ। ਪਰ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਹੁਣ ਠੀਕ ਪਾਸੇ ਜਾ ਕਰ ਰਿਹਾ, ਕੰਮ ਕਰ ਰਿਹਾ, ਤੇ ਜਾਣੀ ਉਹਨਾਂ ਨੂੰ ਇਹ ਗਿਲਾ ਨਹੀਂ ਰਿਹਾ ਕਿ ਕੁਝ ਕੈਮਰੇ ਤੇ ਮਾੜਾ ਨਹੀਂ ਦਿਖਾ ਰਿਹਾ ਜਾਂ ਮਾੜਾ ਨਹੀਂ ਬਣਾ ਰਿਹਾ। ਬਹੁਤ ਆਸ਼ੀਰਵਾਦ ਮਿਲਿਆ ਮਾਂ ਦਾ, ਜੀ, ਪਿਤਾ ਦਾ ਬੜਾ ਚਾਅ ਹੁੰਦਾ ਜੀ ਉਹਨਾਂ ਨੇ ਪੁੱਛਣਾ ਵੀ ਹੁਣ ਤੂੰ ਕੀ ਕੀਤਾ, ਹੁਣ ਤੂੰ ਕੀ ਕਰ ਰਿਹਾ। ਜੀ। ਬਹੁਤ ਮਤਲਬ ਜੇ ਮੇਰਾ ਕੋਈ ਪਹਿਲੀ ਚੀਜ਼ ਕੋਈ ਹੁੰਦੀ ਸੀ, ਤਿਆਰ ਹੁੰਦੀ ਸੀ, ਤਾਂ ਉਹਨੇ ਚਾਅ ਨਾਲ ਮਾਂ ਨੇ ਬੈਠ ਕੇ ਦੇਖਣਾ। ਬਾਪੂ ਸਾਡਾ ਜਮਾ ਕੋਈ ਇੰਟਰਸਟ ਨਹੀਂ ਸੀ ਰੱਖਦਾ, ਪਰ ਉਹ ਮੇਰੀ ਚੀਜ਼ ਨੂੰ ਦੇਖਣ ਲਈ ਵੀ ਬੈਠ ਜਾਂਦੇ ਸੀ। ਜੀ। ਅੱਛਾ ਵੀਰ ਜੀ, ਵੱਡੀ ਗੱਲ ਜਦੋਂ ਵੀ ਬੰਦਾ ਕੋਈ ਕੰਮ ਕਰਦਾ ਹੈ, ਚਾਹੇ ਉਹ ਸ਼ੌਕ ਹੀ ਹੋਵੇ, ਆਮ ਤੌਰ 'ਤੇ ਸ਼ੌਕ ਕਿੱਤਿਆਂ ਵਿੱਚ ਬਦਲਦੇ ਨੇ, ਅਤੇ ਜਿਹੜੇ ਸ਼ੌਕ ਕਿੱਤੇ ਬਣ ਜਾਣ ਅਤੇ ਉੱਥੇ ਤਰੱਕੀ ਵੀ ਬੜੀ ਹੁੰਦੀ ਹੈ। ਕੀ ਤੁਸੀਂ ਜਿਹੜੀਆਂ ਫਿਲਮਾਂ ਤਿਆਰ ਕੀਤੀਆਂ, ਜਿਹੜੀਆਂ ਆਪਣੇ ਤੌਰ 'ਤੇ ਲਘੂ ਟੈਲੀ ਫਿਲਮਾਂ ਬਣਾਈਆਂ, ਉਹਨਾਂ ਨੇ ਤੁਹਾਨੂੰ ਕੋਈ ਆਰਥਿਕ ਹੁਲਾਰਾ ਵੀ ਦਿੱਤਾ? ਨਹੀਂ ਜੀ, ਆਰਥਿਕ ਹੁਲਾਰਾ ਕੋਈ ਨਹੀਂ। ਕੰਪਨੀਆਂ ਆਪਣੇ ਹਿਸਾਬ ਨਾਲ ਕੰਮ ਕਰਦੀਆਂ ਜੀ। ਜੀ। ਉਹ ਪੈਸੇ ਦੇਣੇ ਤਾਂ ਕੀ ਮੰਗਦੀਆਂ ਨੇ ਜੀ, ਪਰ ਮੈਂ ਜਿੰਨੀਆਂ ਵੀ ਸਾਡੀਆਂ ਫਿਲਮਾਂ ਆਈਆਂ ਉਹ ਮੈਂ ਪੈਸੇ ਤਾਂ ਦਿੱਤੇ ਨਹੀਂਗੇ, ਪਰ ਉਹਨਾਂ ਨੇ ਪੈਸੇ ਮੈਨੂੰ ਨਹੀਂ ਦਿੱਤੇ। ਜੀ। ਵੀ ਉਹਨਾਂ ਨੇ ਆਪਦਾ ਕੰਪਨੀ 'ਚੋਂ ਕਰਤਾ ਵੀ ਇਸ ਹਿਸਾਬ ਨਾਲ ਕੰਮ ਕਰਦੀਆਂ ਨੇ, ਕੋਈ ਮਤਲਬ ਵਾਲਾ ਨਹੀਂ ਬੈਨੀਫਿਟ। ਹਾਂ, ਜੋ ਫੀਚਰ ਫਿਲਮਾਂ ਜਿਹੜੀਆਂ ਕੀਤੀਆਂ ਉਹਦੇ 'ਚ ਮੈਨੂੰ ਪੈਸੇ ਪਰ ਡੇ ਦੇ ਹਿਸਾਬ ਨਾਲ ਦਿੰਦੇ ਰਹੇ, ਵਧੀਆ, ਠੀਕ। ਜੀ। ਫਿਰ ਵੀ ਜੇ ਸਾਡੇ ਦਰਸ਼ਕ ਤੁਹਾਡੀਆਂ ਫਿਲਮਾਂ ਵੇਖਣੀਆਂ ਚਾਹਣ ਤੇ ਇੰਟਰਨੈਟ ਤੇ YouTube ਤੇ ਉਪਲਬਧ ਨੇ? ਹਾਂਜੀ, ਕਾਫੀ ਫਿਲਮਾਂ ਤਾਂ ਹੈਗੀਆਂ। ਮੈਂ ਆਪਣੇ ਦਰਸ਼ਕਾਂ ਨੂੰ ਇਸ ਗੱਲ ਦੀ ਖਾਸ ਤੌਰ 'ਤੇ ਤਵੱਜੋ ਦਿਵਾਉਣੀ ਚਾਹੁੰਦਾ ਕਿ ਵੀਰ ਜਸਵਿੰਦਰ ਸਿੰਘ ਸ਼ਿੰਦਾ ਹੋਰਾਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਫਿਲਮਾਂ ਨੇ, ਜਿਨ੍ਹਾਂ ਵਿੱਚੋਂ ਇਹਨਾਂ ਦੀ ਕਲਾ ਡੁੱਲ ਪੈਂਦੀ ਹੈ, ਉਹਨਾਂ ਨੂੰ ਵੇਖਣ ਦੀ ਖੇਚਲ ਜ਼ਰੂਰ ਕਰੋ। ਉਹਨਾਂ ਦੇ ਨਾਮ ਵੀਰ ਜੀ ਜ਼ਰੂਰ ਦੱਸੋ। ਹਾਂਜੀ, ਜਿਵੇਂ ਤਾਂ ਮੈਂ ਦੇਸ਼ਵਾਰ ਮੋਹੇ ਵੀ ਹੈਗੀ ਫਿਲਮ YouTube ਤੇ, ਤੇ ਸਿੱਧਾ ਚੱਲ ਕੈਨੇਡਾ ਨੂੰ, ਨਾ ਕਰ ਬਦਨਾਮ ਕੈਨੇਡਾ ਨੂੰ, ਸ਼ਹੀਦ ਫਿਲਮ ਵੀ ਹੈਗੀ ਆ, ਤੇ ਕਈ ਫਿਲਮਾਂ ਸ਼ਾਇਦ ਨੈਟਫਲਿਕਸ 'ਤੇ ਹੈਗੀਆਂ, ਜਿਵੇਂ ਕਿ ਸਾਡੇ CM ਸਾਹਿਬ ਜੀ, ਤੇ ਹਲੇ ਖਿੱਦੋ ਖੁੰਡੀ ਵੀ ਮੇਰੇ ਕੋਲ ਨਹੀਂ ਇੱਥੇ ਆਈ ਜੀ, ਤੇ ਹੋਰ ਵੀ ਛੋਟੀਆਂ ਫਿਲਮਾਂ ਉਹ ਵੀ ਉਹਦੇ ਵਿੱਚ ਹੈਗੀਆਂ। ਅੱਛਾ ਵੀਰ ਜੀ, ਇਸ ਤੋਂ ਬਾਅਦ ਆਪਾਂ ਗੱਲ ਕਰਨੀ ਤੁਹਾਡੇ ਨਾਵਲ ਦੀ, ਕਿਉਂਕਿ ਹੁਣੇ ਤੁਹਾਡਾ ਨਾਵਲ ਹਵਾਲਾਤ ਰਿਲੀਜ਼ ਹੋਇਆ। ਹਾਂਜੀ ਹਾਂਜੀ। ਇਸ ਨਾਵਲ ਦਾ ਜਿਹੜਾ ਸਿਰਲੇਖ ਹਵਾਲਾਤ, ਤੇ ਕਿਉਂਕਿ ਮੈਂ ਉਹ ਨਾਵਲ ਵੀ ਵੇਖਿਆ, ਉਹਦੇ ਵਿੱਚ ਸਾਹਮਣੇ ਸਲਾਖਾਂ ਦੇ ਪਿੱਛੇ ਇੱਕ ਵਿਅਕਤੀ ਖੜਾ ਨਜ਼ਰ ਆਉਂਦਾ। ਇਹ ਨਾਵਲ ਦੇ ਵਿੱਚ ਕੀ ਤੁਸੀਂ ਮੈਸੇਜ, ਕੀ ਸੁਨੇਹਾ ਦੇਣ ਦਾ ਯਤਨ ਕੀਤਾ ਤੇ ਇਹਦਾ ਵਿਸ਼ਾ ਕੀ ਹੈ? ਹਾਂਜੀ, ਇਹ 1992 ਦੀ ਰੀਅਲ ਸਟੋਰੀ ਆ ਜੀ। ਉਦੋਂ ਮੈਂ 29 ਦਿਨ ਹਵਾਲਾਤ ਵਿੱਚ ਰਿਹਾ ਸੀਗਾ ਜੀ, ਤੇ ਉਸੇ ਨੂੰ ਹੀ ਮੈਂ ਇਹ ਨਾਵਲ ਦਾ ਰੂਪ ਦਿੱਤਾ ਵਾ। ਮੈਂ ਉੱਥੇ ਜੋ ਹੰਢਾਇਆ, ਜੋ ਦੇਖਿਆ, ਜੋ ਸੁਣਿਆ, ਜੋ ਮਹਿਸੂਸ ਕੀਤਾ, ਉਹਨੂੰ ਸਾਰਾ ਇਹ ਕਲਮਬੰਦ ਕੀਤਾ। ਤੇ ਮੈਨੂੰ ਮਤਲਬ ਇਸ ਗੱਲ ਦੀ ਖੁਸ਼ੀ ਆ ਵੀ ਜਿਹਦੇ ਕੋਲ ਇਹ ਪਹੁੰਚਿਆ ਜੀ, ਉਹਨੇ ਰੂਟੀਨ ਦੇ ਵਿੱਚ ਲਗਾਤਾਰ ਪੜ੍ਹ ਕੇ ਬਹੁਤ ਵਧੀਆ ਰਿਵਿਊ ਦਿੱਤਾ। ਉਹਨਾਂ ਨੇ ਕਿਹਾ ਵੀ ਕੰਟੀਨਿਊਟੀ ਹੈ ਨਾਵਲ ਦੀ ਪੂਰੀ ਜੀ, ਸਸਪੈਂਸ ਆ, ਵੀ ਬੰਦਾ ਜਦੋਂ ਇਹਨੂੰ ਪੜ੍ਹਨਾ ਸ਼ੁਰੂ ਕਰਦਾ ਤਾਂ ਉਹਨੂੰ ਐਂ ਹੁੰਦਾ ਵੀ ਮੈਂ ਇਹਨੂੰ ਹੁਣ ਪੜ੍ਹ ਕੇ ਹੀ ਹਟਾਂ ਜੀ, ਦਿਲਚਸਪੀ ਬਰਕਰਾਰ। ਬਿਲਕੁਲ ਜੀ, ਹਾਂ, ਇਹ ਬੋਰ ਕਰਨ ਵਾਲਾ ਹੈ ਨਹੀਂ ਗਾ ਵਿਸ਼ਾ। ਤੇ ਇਹਦੇ ਵਿੱਚ ਮੈਂ ਕਾਫੀ ਕੁਛ ਹੈਗਾ। ਇੱਕ ਤਾਂ ਉਹ ਦੌਰ ਦੀ ਗੱਲ ਹੈਗੀ ਆ, ਦੂਸਰਾ ਆਰਥਿਕ ਤੌਰ 'ਤੇ ਟੁੱਟੇ ਲੋਕ ਜਿਹੜੇ ਹੈਗੇ ਆ ਉਹ ਕਿਵੇਂ ਵਿਚਰਦੇ ਸੀਗੇ, ਉਹਨਾਂ ਦਾ ਜ਼ਿਕਰ ਹੈਗਾ। ਤੇ ਕਾਫੀ ਕੁਛ ਇਹਦੇ ਵਿੱਚ ਮੈਂ ਦਿਖਾਉਣ ਦੀ ਗੱਲ ਕੀਤੀ। ਇੱਕ ਕਹਾਣੀ ਲਿਖਣ ਵਾਲਾ ਜਾਂ ਇੱਕ ਫਿਲਮ 2-2.5 ਘੰਟੇ ਦੀ ਫਿਲਮ ਲਿਖਣ ਵਾਲਾ, ਸਕ੍ਰਿਪਟ ਲਿਖਣ ਵਾਲਾ ਬੰਦਾ ਜਦੋਂ ਇੱਕ ਨਾਵਲ ਲਿਖਦਾ ਤੇ ਉਹਦਾ ਇੱਕ ਖਾਸ ਕਾਰਨ, ਖਾਸ ਵਜ੍ਹਾ ਹੋ ਸਕਦੀ ਹੈ। ਕੀ ਕਾਰਨ ਸੀ ਤੁਹਾਡੇ ਅੰਦਰ? ਇਹੋ ਜਿਹਾ ਕੀ ਭਰਿਆ ਹੋਇਆ ਸੀ ਜਿਸ ਨੂੰ ਤੁਸੀਂ ਨਾਵਲ ਰਾਹੀਂ ਬਾਹਰ ਕੱਢਣ ਦਾ ਯਤਨ ਕੀਤਾ? ਉਹ ਅਸਲ ਵਿੱਚ ਕੀ ਤੁਹਾਡੇ ਜੀਵਨ ਨਾਲ ਜੁੜੀ ਹੋਈ ਕਹਾਣੀ ਹੈ ਨਾਵਲ ਦੀ? ਨਾਵਲ ਦੇ ਵਿੱਚ ਮੈਂ ਜਦੋਂ ਤੋਂ ਮੈਨੂੰ ਘਰੋਂ ਪੁਲਿਸ ਫੜ ਕੇ ਲੈ ਕੇ ਗਈ ਸੀਗੀ ਜੀ, ਤੇ ਹਵਾਲਾਤ ਵਿੱਚ ਮੈਂ ਰਿਹਾ। ਤੁਹਾਡੇ ਫੜੇ ਜਾਣ ਦਾ ਕਾਰਨ ਕੀ? ਫੜੇ ਜਾਣ ਦਾ ਕਾਰਨ ਉਹ ਉਸ ਟਾਈਮ 'ਚ ਮੇਰੇ ਬ੍ਰਦਰ ਨੂੰ ਪੁਲਿਸ ਫੜਨ ਆਈ ਸੀਗੀ ਜੀ, ਸ਼ਹੀਦ ਰੂਪ ਸਿੰਘ ਜੀ ਜੀ, ਤੇ ਉਹ ਨਹੀਂ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਉਹਨਾਂ ਨੇ ਫੜ ਲਿਆ। ਉਦੋਂ ਮੇਰੀ 19-20 ਸਾਲ ਦੀ ਉਮਰ ਸੀਗੀ ਜੀ। ਤੁਹਾਡੇ ਭਾਈ ਸਾਹਿਬ ਸਿੱਖ ਸੰਘਰਸ਼ ਵਿੱਚ ਸ਼ਾਮਲ ਸਨ? ਉਹ ਕਹਿ ਸਕਦੇ ਹਾਂ
ਵੀ ਸੀਗੇ, ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ ਉਹਨਾਂ ਬਾਰੇ। ਜੀ ਜੀ। ਤੇ ਬਾਅਦ ਵਿੱਚ ਚਲੋ ਮਾੜਾ ਮੋਟਾ ਪਤਾ ਲੱਗਿਆ ਵੀ ਹਾਂ, ਯਾਨੀ ਸਿੱਧੇ ਰੂਪ 'ਚ ਨਹੀਂ ਸੀਗਾ, ਮਤਲਬ ਸੀ ਥੋੜਾ ਮੋਟਾ। ਜੀ। ਫਿਰ ਕੀ ਉਹ ਸਾਰਾ ਵਰਤਾਰਾ ਸੀ, ਕੀ ਤੁਸੀਂ ਨਾਵਲ ਵਿੱਚ ਬਿਆਨ ਕੀਤਾ, ਤੇ ਉਹ ਸੰਖੇਪ ਵਿੱਚ ਸਾਡੇ ਦਰਸ਼ਕਾਂ ਨੂੰ? ਨਾਵਲ ਦੇ ਵਿੱਚ ਤਾਂ ਮੈਂ ਇਹੀ ਆ ਵੀ ਜਦੋਂ ਮੈਂ ਉੱਥੇ ਪਹਿਲਾਂ ਹਵਾਲਾ 'ਚ ਮੈਂ ਗਿਆ ਉੱਥੋਂ, ਤੇ ਪਹਿਲਾਂ ਫਿਰ ਨਿਹਾਲ ਸਿੰਘ ਵਾਲੇ ਸੀਗਾ, ਫਿਰ ਮੈਂ ਫਰੀਦਕੋਟ ਰਿਹਾ ਵਾਂ ਜੀ। ਉੱਥੇ ਮੈਂ ਮਤਲਬ ਜੋ ਮੈਂ ਦੇਖਦਾ ਸੀਗਾ, ਮੇਰੇ ਨਾਲ ਦੇ ਸਾਥੀ ਸੀਗੇ ਜਾਂ ਉਹ, ਉਹਨਾਂ ਤੋਂ ਉਹ ਮੇਰੇ ਬਾਰੇ ਪੁੱਛਦੇ ਸੀ, ਮੈਂ ਉਹਨਾਂ ਬਾਰੇ ਪੁੱਛਦਾ ਸੀਗਾ, ਐ ਫੈਮਿਲੀ ਰਿਲੇਸ਼ਨ ਵਾਂਗੂ ਉਹ ਮਤਲਬ ਇੱਕ ਦੂਜੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਸੀ, ਜਿਹਦੇ ਵਿੱਚ ਕਈ ਤਾਂ ਮਤਲਬ ਸੀਗੇ ਜਿਨ੍ਹਾਂ ਨੇ ਕੁਛ ਕੀਤਾ ਹੋਇਆ ਸੀ, ਕਈ ਲੋਕ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਦਾ ਜਿਵੇਂ ਮੇਰੇ ਬ੍ਰਦਰ ਬਾਰੇ ਮੈਨੂੰ ਫੜਿਆ ਸੀਗਾ, ਤਾਂ ਇੱਕ ਉੱਥੇ ਕਰੈਕਟਰ ਹੈਗਾ ਚੰਦ ਸਿੰਘ ਉਹਦਾ ਨਾਂ, ਤੇ ਉਹਦੇ ਮੁੰਡੇ ਨੂੰ ਪੁਲਿਸ ਭਾਲਦੀ ਸੀ, ਜਿਹਦੇ ਕਰਕੇ ਉਹਨੂੰ ਫੜਿਆ ਹੋਇਆ ਸੀ, ਉਹਨੂੰ ਮਤਲਬ ਰੋਜ਼ ਕੁੱਟ ਪੈਂਦੀ ਸੀਗੀ। ਤੇ ਉਹ ਮਤਲਬ ਇਹ ਜੋ ਮਤਲਬ ਉਹਦੇ 'ਚ ਹਕੀਕਤ ਮੈਂ ਦੇਖੀ ਸੁਣੀ, ਕਈ ਪੁਲਿਸ ਵਾਲਿਆਂ ਦੀਆਂ ਵੀ ਮਜਬੂਰੀਆਂ ਮੈਂ ਉਹਦੇ ਵਿੱਚ ਜ਼ਿਕਰ ਕੀਤਾ, ਸਾਹਮਣੇ ਜੋ ਆਉਂਦੀਆਂ ਵਾ ਜੀ, ਜਾਣੀ ਉਹ ਜੋ ਦੇਖਿਆ ਸਾਰਾ ਕੁਛ ਹੈ ਉਹ ਵਰਣਨ ਕੀਤਾ ਇਹਦੇ ਵਿੱਚ। ਜੀ। ਮਤਲਬ ਫਿਰ ਵੀ ਜਿਹੜੀ ਤੁਹਾਡੀ ਕਹਾਣੀ ਹੈ, ਹੱਡੀ ਹੰਡਾਈ ਕਹਾਣੀ ਹੈ ਹਵਾਲਾਤ, ਨਾਵਲ ਦੇ ਰੂਪ ਵਿੱਚ ਜੋ ਤੁਸੀਂ ਦਰਸ਼ਕਾਂ ਦੇ ਸਾਹਮਣੇ ਉਸ ਵੇਲੇ ਦਾ ਜਿਹੜਾ ਦੁਖਾਂਤ ਸੀ, ਲੋਕਾਂ ਉੱਪਰ ਅਣਮਨੁੱਖੀ ਤਸ਼ੱਦਦ ਵੀ ਹੋਇਆ, ਕੀ ਤੁਹਾਡੇ ਉੱਪਰ ਵੀ ਕੋਈ ਉਸ 28-29 ਦਿਨਾਂ ਦੀ ਹਵਾਲਾਤ ਦੌਰਾਨ ਕੋਈ ਇਹੋ ਜਿਹਾ ਤਸ਼ੱਦਦ ਹੋਇਆ ਜਿਹੜਾ? ਇਹ ਮੇਰੀ ਖੁਸ਼ਕਿਸਮਤੀ ਹੈ ਵੀ ਮੈਨੂੰ ਥੱਪੜ ਵੀ ਨਹੀਂ ਮਾਰਿਆ ਪੁਲਿਸ ਵਾਲਿਆਂ ਨੇ ਜੀ। ਹਾਂ, ਗਾਲ ਗੂਲ ਜ਼ਰੂਰ ਕੱਢ ਦਿੰਦੇ ਸੀਗੇ, ਤੇ ਪਰ ਮੇਰੇ ਕੁੱਟ ਨਹੀਂ ਪਈ। ਕੁੱਟ ਪੈਂਦੀ ਦੇਖਦਾ ਹੁੰਦਾ ਸੀ ਜੀ, ਉਹ ਕੁੱਟ ਪੈਂਦੀ ਦੇਖ ਕੇ ਮੈਨੂੰ ਮਤਲਬ ਐਂ ਲੱਗਦਾ ਹੁੰਦਾ ਸੀ ਵੀ ਇਹ ਕੀ ਹੋ ਰਿਹਾ ਵਾ, ਵੀ ਜੋ ਕਿ ਸ਼ਾਮ ਨੂੰ ਚੰਦ ਸਿੰਘ ਨੂੰ ਰੋਜ਼ ਲੈ ਜਾਂਦੇ ਸੀ ਕੁੱਟਣ ਵਾਸਤੇ ਜੀ, ਤੇ ਫਿਰ ਕੁੱਟ ਕੇ ਲਿਆ ਕੇ ਉਹਨੂੰ ਐਂ ਸੱਟ ਜਾਂਦੇ ਸੀਗੇ, ਤੇ ਉਹ ਮਤਲਬ ਜੋ ਐ ਕਿਵੇਂ ਉਹ ਦਰਦ ਨਾਲ ਕਰਾਉਂਦਾ ਸੀ, ਤੇ ਇੱਕ ਮਤਲਬ ਟੁੱਟੇ ਹੋਏ ਬੰਦੇ ਦੇ ਨੂੰ ਮਤਲਬ ਹੋਰ ਜਿਵੇਂ ਜ਼ਖਮ ਤੇ ਹੋਰ ਜ਼ਖਮ ਦੇਣਾ, ਉਹ ਮਤਲਬ ਬੜਾ ਅਜੀਬ ਜਿਹਾ ਮਨ 'ਤੇ ਅਸਰ ਕਰਦਾ ਸੀ ਵੀ ਯਾਰ ਇਹ ਬੰਦਾ ਤਾਂ ਜਮਾਂ ਹੀ ਟੁੱਟਿਆ ਪਿਆ, ਵੀ ਇਹਦੇ 'ਚੋਂ ਹੋਰ ਹੁਣ ਕੀ ਕੱਢਣਾ ਪਊ, ਕੱਢਣਗੇ ਜਿਵੇਂ ਨਿੰਬੂ ਹੁੰਦਾ ਉਹਨੂੰ ਐਸੇ ਨਿਚੋੜ ਲੈਂਦੇ ਆ ਸਾਰਾ ਕੁਛ, ਉਦੋਂ ਬਾਅਦ 'ਚ ਉਹਦੇ 'ਚ ਕਿਵੇਂ ਹੋਰ ਅਸੀਂ ਕੀ ਕੱਢ ਲਾਂਗੇ ਜੀ। ਬਸ ਇਹੀ ਹਾਲਤ ਉੱਥੇ ਉਹਨਾਂ ਬੰਦਿਆਂ ਦੀ ਸੀਗੀ। ਤੇ ਕਈ ਵਿੱਚ ਇਸ ਤਰ੍ਹਾਂ ਦੇ ਕਰੈਕਟਰ ਸੀ ਵੀ ਜਿਵੇਂ ਕੋਈ ਇੱਕ ਮੁੰਡੇ ਨੇ ਚੋਰੀ ਕੀਤੀ ਸੀ, ਉਹ ਚੋਰੀ ਦੇ ਵਿੱਚ ਫੜਿਆ ਗਿਆ ਉਹ, ਤੇ ਉਹਦੇ ਨਾਲ ਫਿਰ ਕੀ ਵਾਪਰਿਆ, ਉਹ ਸਾਰਾ ਮਤਲਬ ਇਹਦੇ ਵਿੱਚ ਮੈਂ ਵਰਣਨ ਕੀਤਾ ਜੀ। ਜਾਣੀ ਪਿਛਲਾ ਜਿਹੜਾ 28-30 ਸਾਲ ਦਾ ਸਮਾਂ ਹੈ, ਜਿਹੜੀ ਅਜੋਕੀ ਸਾਡੀ ਨੌਜਵਾਨ ਪੀੜ੍ਹੀ ਹੈ, ਜਿਹੜੇ 20-25 ਸਾਲ ਦੇ ਮੁੰਡੇ ਨੇ, ਉਹਨਾਂ ਨੂੰ ਉਸ ਦੌਰ ਬਾਰੇ ਨਹੀਂ ਪਤਾ, ਸਿੱਖ ਸੰਘਰਸ਼ ਬਾਰੇ ਬਹੁਤਾ ਨਹੀਂ ਪਤਾ, ਕਿਉਂਕਿ ਅੱਜ ਸਾਡੇ ਸਮਾਜ ਵਿੱਚ, ਸਾਡੀ ਕੌਮ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਬਹੁਤ ਘਟ ਰਹੀ ਹੈ। ਆਮ ਤੌਰ 'ਤੇ ਬੱਚੇ ਜਿਹੜੇ ਸਿਲੇਬਸ ਦੀਆਂ ਕਿਤਾਬਾਂ ਪੜ੍ਹਨੀਆਂ ਵੀ ਬਹੁਤ ਵੱਡਾ ਬੋਝ ਸਮਝਦੇ ਨੇ, ਅਤੇ ਸਿਲੇਬਸ ਤੋਂ ਬਾਹਰ ਪੜ੍ਹਨਾ ਤਾਂ ਇੱਕ ਬਹੁਤ ਵੱਡਾ ਚੈਲੰਜ ਹੈ। ਅਤੇ ਤੁਸੀਂ ਇੱਕ ਨਾਵਲ ਲਿਖਿਆ, ਕੀ ਕਦੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਨਹੀਂ ਆਈ ਕਿ ਜਿਹੜਾ ਨਾਵਲ ਲਿਖਿਆ ਹੈ ਇਹਨੂੰ ਇੱਕ ਫਿਲਮ ਦੇ ਰੂਪ ਵਿੱਚ ਦਰਸ਼ਕਾਂ ਦੇ ਸਾਹਮਣੇ ਲਿਆਂਦਾ ਜਾ ਸਕੇ, ਤਾਂ ਕਿ ਨੌਜਵਾਨ ਪੀੜ੍ਹੀ ਵੀ ਵੇਖ ਸਕੇ, ਕਿਉਂਕਿ ਜਿਹੜੀਆਂ ਪਿਛਲੇ ਸਮੇਂ ਵਿੱਚ ਕਾਫੀ ਫਿਲਮਾਂ ਇਸ ਵਿਸ਼ੇ 'ਤੇ ਬਣੀਆਂ ਨੇ? ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਇਹ ਲਿਖਣ ਦਾ ਕਾਰਨ ਵੀ ਮੇਰਾ ਇਹੀ ਬਣਿਆ ਜੀ। ਅਸੀਂ ਫਿਲਮ ਕਰਦੇ ਸੀ ਰਾਜ ਕਾਕੜੇ ਹੋਰਾਂ ਲਈ, ਧਰਮ ਯੁੱਧ ਮੋਰਚਾ, ਉਹ ਡਾਇਰੈਕਟਰ ਸੀਗੇ ਨਰੇਸ਼ ਐਸ ਗਰਗ ਜੀ। ਉਹ ਅਸੀਂ ਇਕੱਠੇ ਬੈਠੇ ਤਾਂ ਉਹਨਾਂ ਨੇ ਮੈਨੂੰ ਕੋਈ ਇੱਕ ਕਲਪਨਾ ਕਹਾਣੀ ਦੱਸਣ ਬਾਰੇ ਕਿਹਾ, ਤੇ ਮੈਂ ਉਹਨਾਂ ਨੂੰ ਇੱਕ ਦੱਸੀ, ਤਾਂ ਕਹਿੰਦੇ ਤੁਸੀਂ ਬੜਾ ਇਹਨੂੰ ਬਰੀਕੀ ਨਾਲ ਮਤਲਬ ਸੁਣਾ ਰਹੇ ਹੋ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ 29 ਦਿਨ ਹਵਾਲਾ 'ਚ ਰਿਹਾ ਸੀ, ਤੇ ਉਹ ਫਿਰ ਉਹ ਪੁੱਛਣ ਲੱਗ ਗਏ, ਮੈਂ ਉਹਨੂੰ ਦੱਸਿਆ ਸਾਰਾ। ਉਹ ਕਹਿੰਦੇ ਵੀ ਉਹਨੂੰ ਛੱਡੋ, ਕਹਿੰਦੇ ਇਹਨੂੰ ਜ਼ਰੂਰ ਲਿਖੋ, ਵੀ ਕਦੇ ਨਾ ਕਦੇ ਆਪਾਂ ਕੁਛ ਇਸ 'ਤੇ ਕੰਮ ਕਰਾਂਗੇ। ਬਸ ਉਹਨਾਂ 'ਤੇ ਕਹਿਣ 'ਤੇ ਮੈਂ ਉਹਨੂੰ ਕਾਗਜ਼ਾਂ 'ਤੇ ਲਿਖ ਕੇ ਧਰ ਲਿਆ। ਫਿਰ ਮੈਂ ਉਹ ਕਾਗਜ਼ ਖਰਾਬ ਹੋਣ ਲੱਗੇ, ਮੈਂ ਕੰਪਿਊਟਰ 'ਚ ਮੈਂ ਕਰਕੇ ਇੱਕ ਕਹਾਣੀ ਜਿਹੀ ਬਣਾ ਕੇ ਰੱਖ ਲਈਏ। ਫਿਰ ਮੈਂ ਦੇਖਿਆ ਵੀ ਕਹਾਣੀ 'ਚ ਗੱਲ ਕਹੀ ਨਹੀਂ ਜਾਣੀ, ਫਿਰ ਉਹਨੂੰ ਮੈਂ ਨਾਵਲ ਦੇ ਰੂਪ 'ਚ ਲਿਖਣਾ ਸ਼ੁਰੂ ਕਰ ਲਿਆ। ਸੋ ਇਸ ਤਰ੍ਹਾਂ ਇਹ ਨਾਵਲ ਲਿਖਿਆ ਗਿਆ ਜੀ। ਅਤੇ ਇਹ ਛਪਣ ਤੋਂ, ਕਿਤਾਬ ਛਪਣ ਤੋਂ ਪਹਿਲਾਂ ਇਹ ਅਮਰੀਕਾ ਦੇ ਵਿੱਚ ਇੱਕ ਅਖਬਾਰ ਸਾਡੇ ਲੋਕ, ਉਹਦੇ ਵਿੱਚ ਲੜੀਵਾਰ ਛਪ ਚੁੱਕਿਆ ਹੈ ਜੀ। ਅਤੇ ਇੱਕ ਵਾਰ ਇਹ ਸਾਡੀ ਜਰਨੈਲ ਭਾਜੀ ਹੋ ਰਹੇ ਹੈਗੇ ਆ ਆਪਣੇ ਵਿਰਾਸਤ ਪ੍ਰੋਡਕਸ਼ਨ ਵਾਲੇ ਜੀ, ਉਹਨਾਂ ਨੇ ਚੰਡੀਗੜ੍ਹ ਸੱਦਿਆ ਸੀ, ਉੱਥੇ ਗਏ ਸੀ। ਉੱਥੇ ਕਹਿੰਦੇ ਵੀ ਕਹਾਣੀ ਕੋਈ ਚਾਹੀਦੀ ਹੈ ਡਾਇਰੈਕਟਰ ਨੂੰ। ਉਹ ਡਾਇਰੈਕਟਰ ਨਾਲ ਮੀਟਿੰਗ ਵੀ ਕਰਾਈ ਸੀ, ਪਰਮਜੀਤ ਸਿੰਘ। ਅਸੀਂ ਉੱਥੇ ਡਿਸਕਸ ਕੀਤੀ, ਉਹਨਾਂ ਨੂੰ ਵੀ ਇਹ ਪਸੰਦ ਆ ਗਿਆ ਸੀ। ਐਮ ਏ ਵਿਰਕ ਦੇ ਮਤਲਬ ਪ੍ਰੋਡਕਸ਼ਨ ਹਾਊਸ ਦਾ ਕੋਈ ਸੀਗਾ ਇਹ ਜੀ, ਅਤੇ ਵੈਬ ਸੀਰੀਜ਼ ਬਣਾਉਣ ਵਾਸਤੇ। ਅਤੇ ਫਿਰ ਆ ਕਰੋਨਾ ਕਾਲ ਦਾ ਵਿੱਚ ਆ ਗਿਆ, ਅਤੇ ਉਹਦੇ ਵਿੱਚ ਹੀ ਕੰਮ ਠੱਪ ਹੋ ਗਿਆ। ਬਹੁਤ ਵਧੀਆ ਅਤੇ ਵੈਬ ਸੀਰੀਜ਼ ਜਾਂ ਕੁਛ ਬਣ ਸਕਦਾ ਜੀ। ਵੀਰ ਜਸਵਿੰਦਰ ਸਿੰਘ ਜੀ, ਤੁਸੀਂ ਕਾਫੀ ਮਿਹਨਤ ਕਰ ਰਹੇ ਹੋ ਬੜੀ ਦੇਰ ਤੋਂ, ਕਈ ਸਾਲਾਂ ਤੋਂ, ਪਿਛਲੇ ਲਗਭਗ 2-2.5 ਦਹਾਕਿਆਂ ਤੋਂ।
ਤੇ ਹੁਣ ਤੱਕ ਤੁਸੀਂ ਫਿਲਮਾਂ ਵੀ ਬਣਾਈਆਂ, ਉਹਦੇ ਵਿੱਚ ਵੀ ਤੁਹਾਨੂੰ ਬਹੁਤਾ ਆਰਥਿਕ ਫਾਇਦਾ ਨਹੀਂ ਹੋਇਆ। ਇੱਕ ਆਰਥਿਕ ਫਾਇਦਾ, ਇੱਕ ਦੌਲਤ ਹੈ, ਦੂਜੀ ਸ਼ੋਹਰਤ ਹੈ। ਕੀ ਤੁਹਾਨੂੰ ਇਹ ਕਿਰਦਾਰ ਨਿਭਾਉਂਦਿਆਂ, ਕੋਰੀਓਗ੍ਰਾਫੀਆਂ, ਨਾਟਕ ਕਰਦਿਆਂ ਜਾਂ ਫਿਲਮਾਂ ਕਰਦਿਆਂ ਕੋਈ ਸ਼ੋਹਰਤ ਮਿਲੀ? ਹਾਂ, ਸ਼ੋਹਰਤ ਤਾਂ ਜੀ ਬਹੁਤ ਮਿਲੀ ਹੈ ਮੈਨੂੰ। ਤਕਰੀਬਨ ਫਿਲਮ ਲਾਈਨ ਦੇ ਵਿੱਚ ਤਕਰੀਬਨ ਸਾਰੇ ਜਾਣਦੇ ਨੇ ਇਹ ਤਾਂ ਜੀ। ਤੇ ਪਰ ਇਕੱਲੀ ਸ਼ੋਹਰਤ ਦੇ ਨਾਲ ਗੱਲ ਨਹੀਂ ਬਣਦੀ। ਫਿਰ ਮੈਂ ਇਹ ਤਾਂ ਇਹ ਕਰਕੇ ਹੁਣ ਥੋੜ੍ਹਾ ਜਿਹਾ ਮੈਂ ਪਿੱਛੇ ਹਟ ਗਿਆ। ਮੈਂ ਕਿਹਾ ਛੱਡੋ, ਜਿਹੜਾ ਕੰਮ ਕਰਦੇ ਆ ਵੀ ਉਧਰ ਹੀ ਧਿਆਨ ਦੇਈਏ ਜੀ। ਜੇ ਕੋਈ ਚੱਜ ਦਾ ਕੰਮ ਹੋਊਗਾ ਫਿਰ ਆਪਾਂ ਕਰ ਲਾਂਗੇ। ਜਾਣੀ ਹਾਲੇ ਤੱਕ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ। ਹਾਂਜੀ ਹਾਂਜੀ, ਬਸ। ਤੇ ਜਿਹੜਾ ਇਹ ਤੁਸੀਂ ਨਾਵਲ ਮਾਰਕੀਟ ਵਿੱਚ ਲਿਆਂਦਾ, ਪਾਠਕਾਂ ਦੇ ਹੱਥ ਵਿੱਚ ਦਿੱਤਾ, ਉਸ ਨਾਵਲ ਨੂੰ ਕਿਸੇ ਨੇ ਸਪਾਂਸਰ ਕੀਤਾ ਜਾਂ ਪਬਲਿਸ਼ਰ ਵੱਲੋਂ ਛਾਪਿਆ ਗਿਆ ਜਾਂ ਤੁਸੀਂ ਆਪਣੇ ਖਰਚੇ ਤੇ? ਨਹੀਂ, ਆਪਣੇ ਖਰਚੇ ਤੇ ਕੀਤਾ ਜੀ। ਪਬਲਿਸ਼ਰ ਨੂੰ ਪੈਸੇ ਦਿੱਤੇ ਆ ਤੇ ਉਹਨੇ ਮਤਲਬ ਕੀਤਾ। ਦੇਖਦੇ ਹਾਂ ਹੁਣ ਗਾਹਾਂ ਕੀ ਹੁੰਦਾ ਜੀ। ਜੀ। ਮੈਂ ਆਪਣੇ ਦਰਸ਼ਕਾਂ ਨੂੰ ਪੁਰਜ਼ੋਰ ਅਪੀਲ ਕਰਾਂਗਾ ਕਿ ਇਹੋ ਜਿਹੇ ਸਮਾਜ ਨੂੰ ਸੇਧ ਦੇਣ ਵਾਲੇ ਕਲਾਕਾਰ, ਸਮਾਜ ਦੀ ਇੱਕ ਕਿਸਮ ਨਾਲ ਸੇਵਾ ਕਰਨ ਵਾਲੇ ਕਲਾਕਾਰ, ਜਿਨ੍ਹਾਂ ਨੇ ਸਮਾਜ ਵਿੱਚ ਵਿਚਰ ਕੇ ਆਪਣੇ ਕੋਲੋਂ ਪੈਸੇ ਖਰਚ ਕੇ ਬਹੁਤ ਸਮਾਜ ਉਸਾਰੂ ਵੱਖ-ਵੱਖ ਵਿਸ਼ਿਆਂ 'ਤੇ ਟੈਲੀਫਿਲਮਾਂ ਵੀ ਕੀਤੀਆਂ ਨੇ, ਅਤੇ ਹੁਣ ਇੱਕ ਨਾਵਲ ਵੀ ਆਪਣੇ ਖਰਚੇ 'ਤੇ ਉਸ ਦੌਰ ਦਾ ਜਿਸ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ, ਸਿੱਖ ਸੰਘਰਸ਼ ਨਾਲ ਸੰਬੰਧਿਤ ਹਵਾਲਾਤ ਨਾਵਲ ਉਹਨਾਂ ਦਾ ਮਾਰਕੀਟ ਵਿੱਚ ਆਇਆ। ਆਪਣੇ ਕੋਲੋਂ ਪੈਸੇ ਖਰਚ ਕੇ ਉਹਨਾਂ ਨੇ ਬਿਨਾਂ ਕਿਸੇ ਦੀ ਮਦਦ ਤੋਂ ਇਹ ਨਾਵਲ ਤੁਹਾਡੇ ਅੱਗੇ ਰੱਖਿਆ। ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਨਾਵਲ ਨੂੰ ਜ਼ਰੂਰ ਪੜ੍ਹੀਏ ਅਤੇ ਇਹਨਾਂ ਦੀਆਂ ਫਿਲਮਾਂ ਵੇਖ ਕੇ ਜਿਹੜਾ ਸਾਡੇ ਵੱਲੋਂ ਜੋ ਅਸੀਂ ਯੋਗਦਾਨ ਪਾ ਸਕਦੇ ਹਾਂ ਇਹੋ ਜਿਹੇ ਕਲਾਕਾਰ ਨੂੰ ਅੱਗੇ ਲਿਜਾਣ ਲਈ, ਅਤੇ ਅਸੀਂ ਆਪਣੀ ਕੋਸ਼ਿਸ਼ ਜ਼ਰੂਰ ਕਰੀਏ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਵੀਰ ਜਸਵਿੰਦਰ ਸਿੰਘ ਜੀ ਤੁਹਾਡਾ। ਤੁਸੀਂ ਸਾਡੇ ਲਈ ਸਮਾਂ ਕੱਢਿਆ ਅਤੇ ਸਾਡੇ ਦਰਸ਼ਕਾਂ ਨੂੰ ਬਹੁਤ ਕੀਮਤੀ ਜਾਣਕਾਰੀ ਦਿੱਤੀ। ਫਿਰ ਮਿਲਣ ਦੀ ਆਸ ਨਾਲ ਮੈਂ ਤੁਹਾਡੇ ਤੋਂ ਖਿਮਾ ਮੰਗਦਾ। ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।